ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ, ਇੱਕ ਵਾਰ ਫੇਰ ਹਾਜ਼ਰ ਹਾਂ ਖਬਰ ਪੜਤਾਲ ਦੇ ਨਾਲ, ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਮਨਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਮਨਪ੍ਰੀਤ ਜੀ, ਮੁੱਦੇ ਫੇਰ ਕਈ ਖੜੇ ਹੋ ਗਏ। ਅੱਜ ਫੇਰ ਹਿਮਾਚਲ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ। 1 ਅਪ੍ਰੈਲ ਨੂੰ ਪੰਜਾਬ ਨੇ ਬੁਲਾਇਆ ਸੀ, ਜਿਵੇਂ ਤੁਸੀਂ ਦੱਸਿਆ ਸੀ 7 ਵਾਰ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਤਾ ਪਾਸ ਹੋਇਆ। ਅੱਜ ਹਰਿਆਣਾ ਮਤਾ ਪਾਸ ਕਰੂਗਾ ਕਿ ਚੰਡੀਗੜ੍ਹ ਸਾਨੂੰ ਦੇ ਦਿਓ। ਇਹਦੇ ਨਾਲ ਨਾਲ SYL ਦੇ ਉੱਤੇ ਵੀ ਮਤਾ ਪਾਸ ਹੋਣਾ ਹੈ। ਔਰ ਹਿਮਾਚਲ ਮਾਰਗ ਕਮੇਟੀ SYL ਦੇ ਇਸ ਪੂਰੇ ਮਸਲੇ 'ਚ ਪੰਜਾਬ ਤੇ ਹਰਿਆਣਾ ਦੇ ਨਾਲ ਨਾਲ ਹਿਮਾਚਲ ਦੀ ਇੱਕ ਵੱਡੀ ਧਿਰ ਵੀ ਸ਼ਾਮਲ ਹੋ ਗਈ। ਹਿਮਾਚਲ ਮਾਰਗ ਕਮੇਟੀ ਨੇ ਇੱਕ ਨਵਾਂ ਸੁਝਾਅ ਦਿੱਤਾ SYL ਨਹਿਰ ਤੇ। ਉਹ ਕਹਿੰਦੇ ਤੁਹਾਨੂੰ ਪੰਜਾਬ ਨਾਲ ਝਗੜੇ ਦੀ ਜ਼ਰੂਰਤ ਹੀ ਨਹੀਂ ਹੈ, ਹਿਮਾਚਲ ਤੋਂ ਸਿੱਧਾ ਪਾਣੀ ਤੁਸੀਂ ਹਰਿਆਣਾ ਲੈ ਜਾਓ। ਇਹ ਵੀ ਮੈਂ ਦੱਸੂਗਾ ਕਿ ਕਿਹੜੀ ਯੋਜਨਾ ਉਹਨਾਂ ਨੇ ਬਣਾਈ ਹੈ। 4200 ਕਰੋੜ ਰੁਪਏ ਦਾ ਖਰਚਾ ਹੈ। ਭਾਖੜਾ ਡੈਮ ਤੋਂ ਸਿੱਧਾ ਪਾਣੀ ਹਰਿਆਣੇ 'ਚ। ਕੀ ਇਹ ਪੰਜਾਬ ਦੀ ਧਿਰ ਨੂੰ ਮਾਫਕ ਹੋਊਗਾ? ਕਿਉਂਕਿ ਅਸੀਂ ਸਾਰੇ ਇਹ ਕਹਿੰਦੇ ਹਾਂ ਕਿ ਭਾਖੜਾ ਡੈਮ ਦੇ ਜ਼ਰੀਏ ਹੀ ਤਾਂ ਪਾਣੀ ਆਉਂਦਾ ਜੀ। ਤੇ ਜੇ ਹਿਮਾਚਲ ਦੀ ਵੀ BJP ਦੀ ਸਰਕਾਰ ਹੈ, ਅਗਰ ਭਾਖੜਾ ਡੈਮ ਤੋਂ ਸਿੱਧਾ ਹੀ ਪਾਣੀ ਦੇਣ ਨੂੰ ਤਿਆਰ ਹੈ, ਅਗਰ ਉੱਥੋਂ ਦੀ ਸਰਕਾਰ ਫੈਸਲਾ ਕਰ ਲੈਂਦੀ ਹੈ ਹਿਮਾਚਲ ਮਾਰਗ ਕਮੇਟੀ ਦੀ ਰਿਪੋਰਟ ਤੋਂ ਬਾਅਦ, ਸੁਝਾਅ ਤੋਂ ਬਾਅਦ, ਤੇ ਫਿਰ ਗੱਲ ਕਿੱਧਰ ਨੂੰ ਜਾਂਦੀ ਹੈ। ਪਰ ਅੱਜ ਹਰਿਆਣਾ ਮਤਾ ਪਾਸ ਕਰੂਗਾ ਚੰਡੀਗੜ੍ਹ ਰੱਖਣ ਦੇ ਨਾਲ ਨਾਲ ਵੀ ਚੰਡੀਗੜ੍ਹ ਸਾਨੂੰ ਵੀ ਦਿਓ ਭਾਈ। ਇਹਦੇ ਨਾਲ ਨਾਲ ਹਰਿਆਣਾ ਅੱਜ ਮਤਾ ਪਾਸ ਕਰੂਗਾ ਕਿ SYL ਦੇ ਮਸਲੇ ਤੇ ਸਾਨੂੰ ਪਾਣੀ ਦਿਓ, SYL ਨਹਿਰ ਤੋਂ ਪਾਣੀ ਦਿਓ, ਔਰ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਹਨੂੰ ਐਗਜ਼ੀਕਿਊਟ ਕਰੋ। ਔਰ ਦੂਸਰਾ, ਇਸ ਲੜਾਈ 'ਚ, ਹੱਕਾਂ ਦੀ ਲੜਾਈ 'ਚ ਖੇਤਰੀ ਲੀਡਰ ਨਵਜੋਤ ਸਿੰਘ ਸਿੱਧੂ ਡਟ ਕੇ ਖੜ ਗਿਆ। ਨਵਜੋਤ ਸਿੰਘ ਸਿੱਧੂ ਕਹਿੰਦਾ ਚੰਡੀਗੜ੍ਹ ਇੱਕ ਬਹਾਨਾ ਹੈ। ਉਹ ਕਹਿੰਦਾ ਚੰਡੀਗੜ੍ਹ ਪੰਜਾਬ ਦੇ 27 ਪਿੰਡਾਂ ਤੇ ਬਣਿਆ ਸੀ, ਉਹ ਤਾਂ ਹੈ ਹੀ ਸਾਡਾ, ਪਰ ਇਹਦੇ ਤੇ ਸਿਆਸਤ ਇੱਕ ਬਹਾਨਾ ਹੈ। ਅਸਲ ਮਸਲਾ ਤਾਂ SYL ਦੇ ਪਾਣੀ ਦਾ, ਜਿਹਨੂੰ ਹਰਿਆਣਾ ਹੁਣ ਅੱਗੇ ਲੈ ਕੇ ਵਧੂਗਾ। ਔਰ ਇਸ ਮਸਲੇ ਤੇ ਟੈਸਟ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਹੁਣ ਅਸਲ 'ਚ ਹੋਣਾ। ਰਾਜ ਸਭਾ ਮੈਂਬਰ ਨੇ ਜਿਹੜੇ ਹਰਿਆਣੇ ਦੇ, ਇੱਕ ਤੁਸੀਂ ਉਹਨਾਂ ਦੇ ਬਾਰੇ ਦੱਸਿਓ, ਉਹਨਾਂ ਦਾ ਕੀ ਪ੍ਰਤੀਕਰਮ ਹੈ, ਮੈਂ ਤੁਹਾਡੀ ਜ਼ੁਬਾਨ ਤੋਂ ਸੁਣੂਗਾ। ਪਰ ਇਸ ਲੜਾਈ ਦੇ ਵਿੱਚ, ਸਿਆਸੀ ਲੜਾਈ ਦੇ ਵਿੱਚ, ਇੱਕ ਧਿਰ ਪੰਜਾਬ ਹੈ, ਇੱਕ ਹਰਿਆਣਾ, ਔਰ ਇੱਕ ਧਿਰ ਸਿਆਸਤ ਹੈ, ਇੱਕ ਧਿਰ ਸਿਆਸਤ ਵੀ ਹੈ। ਔਰ ਇਹਦੇ ਨਾਲ ਨਾਲ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੇ ਦੌਰਾ ਖਤਮ ਹੋ ਗਿਆ, ਵਾਪਸ ਆ ਗਏ, ਪਰ ਹੁਣ 6 ਅਪ੍ਰੈਲ ਨੂੰ ਸ਼ਿਮਲੇ 'ਚ ਵੀ ਹੈ ਕਹਿੰਦੇ। ਕਈ ਲੋਕ ਕਹਿੰਦੇ ਆਮ ਆਦਮੀ ਪਾਰਟੀ ਨੂੰ ਸਮਾਂ ਦਿਓ, ਸਵਾਲ ਨਾ ਪੁੱਛੋ ਡੱਲਾ ਜੀ, ਕੰਮ ਹੋਣਗੇ ਹੌਲੀ ਹੌਲੀ, ਸਮਾਂ ਦਿਓ। ਪਰ ਜੇ ਆਮ ਆਦਮੀ ਪਾਰਟੀ ਦੇ ਲੀਡਰ ਗੁਜਰਾਤ 'ਚ ਪ੍ਰਚਾਰ 'ਚ ਰੁੱਝਣਗੇ, ਹਿਮਾਚਲ ਦੇ ਵਿੱਚ ਪ੍ਰਚਾਰ 'ਚ ਰੁੱਝਣਗੇ, ਤਾਂ ਕੀ ਸੱਚਮੁੱਚ ਸਾਨੂੰ ਸਵਾਲ ਕਰਨ ਦਾ ਹੱਕ ਨਹੀਂ ਹੈ? ਮੈਂ ਮਨਪ੍ਰੀਤ ਜੀ ਤੁਹਾਡੀ ਗੱਲ ਤੇ ਜਾਊਂਗਾ। ਜੇ ਤੁਸੀਂ ਹੱਕ ਦਿਓਗੇ ਤਾਂ ਮੈਂ ਸਵਾਲ ਪੁੱਛੂ, ਨਹੀਂ ਤਾਂ ਮੈਂ ਸਵਾਲ ਪੁੱਛਣਾ ਹੀ ਬੰਦ ਕਰ ਦੇਣੇ। ਇਹ ਬੜੇ ਅਜਿਹੇ ਮਸਲੇ ਨੇ ਜਿੱਥੇ ਸਾਨੂੰ ਪੰਜਾਬ ਦੇ ਹੱਕਾਂ ਦੇ ਲਈ ਫੂਕ ਫੂਕ ਕੇ ਕਦਮ ਰੱਖਣਾ ਪਊ, ਸੋਚ ਸੋਚ ਕੇ ਅੱਗੇ ਕਦਮ ਰੱਖਣਾ ਪਊਗਾ। ਪੰਜਾਬ, ਮੈਂ ਹਮੇਸ਼ਾ ਕਹਿੰਦਾ, ਪੰਜਾਬ ਖੁਰ ਰਿਹਾ ਤੇ ਅਸੀਂ ਰੋਕਣਾ ਪੰਜਾਬ, ਅਸੀਂ ਸਥਾਪਿਤ ਕਰਨਾ ਪੰਜਾਬ ਨੂੰ, ਪੰਜਾਬ ਦੀ ਸ਼ਾਨ ਬਹਾਲ ਰੱਖਣੀ ਹੈ। ਪੰਜਾਬ 5 ਦਰਿਆਵਾਂ ਦੀ ਧਰਤੀ, ਤੇ ਜੇ ਪਾਣੀ ਨਹੀਂ ਰਹੂਗਾ, ਦਰਿਆ ਤਾਂ ਪਹਿਲਾਂ ਹੀ ਸਾਡੇ 2 ਹੀ ਰਹਿ ਗਏ ਪੱਕੇ, ਰਾਵੀ ਵੀ ਪਾਸਾ ਵੱਟ ਜਾਂਦਾ। ਹੁਣ ਤਾਂ ਜਿਸ ਤਰ੍ਹਾਂ ਦੀ ਵੰਡ ਹੋ ਗਈ, ਜਾਂਦਾ ਉਹ ਵੀ ਪੰਜਾਬ 'ਚ, ਪਰ ਉਹ ਪੰਜਾਬ ਹੀ ਹੁਣ ਸਾਡਾ ਨਹੀਂ ਰਿਹਾ, ਜਿਹੜਾ ਦੂਸਰਾ। ਸੋ ਇਹ ਮੈਂ ਮਸਲਿਆਂ ਤੇ ਸ਼ੁਰੂ ਕਰੂੰਗਾ ਇੱਕ ਇੱਕ ਕਰਕੇ ਗੱਲ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਮਨਪ੍ਰੀਤ ਰੰਧਾਵਾ ਜੀ, ਕਿ ਭਗਵੰਤ ਮਾਨ ਹੋਣੀ ਗੁਜਰਾਤ ਤੋਂ ਵਾਪਸ ਆਏ ਨੇ, 6 ਤਰੀਕ ਨੂੰ ਹਿਮਾਚਲ ਜਾਣ ਦੀ ਤਿਆਰੀ ਹੈ। ਗੱਲਾਂ ਇਹ ਹੋ ਰਹੀਆਂ ਨੇ ਕਿ ਅਸੀਂ ਦਿੱਲੀ ਮਾਡਲ ਪੰਜਾਬ 'ਚ ਲਿਆਂਦਾ। ਕਹਿੰਦੇ ਦਿੱਲੀ ਮਾਡਲ ਪੰਜਾਬ 'ਚ ਲਾਗੂ ਹੈ ਜੀ। ਦਿੱਲੀ ਮਾਡਲ ਪੰਜਾਬ 'ਚ ਲਾਗੂ ਹੋ ਗਿਆ ਮਨਪ੍ਰੀਤ ਜੀ। ਹੁਣ ਹਿਮਾਚਲ 'ਚ ਵੀ ਇਹੀ ਗੱਲ ਕੀਤੀ ਜਾਂਦੀ ਹੈ ਵੀ ਪੰਜਾਬ 'ਚ ਦਿੱਲੀ ਮਾਡਲ ਲਾਗੂ ਹੋ ਗਿਆ। ਗੱਲ ਅਸ਼ੋਕ ਤਵਰ ਦੀ ਵੀ ਕਰਾਂਗੇ, ਹਰਿਆਣੇ 'ਚ ਜਿਹੜੇ ਚਲੇ ਗਏ ਨੇ। ਪਰ ਮੈਨੂੰ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜਿਹੜੀ ਇਹ ਪ੍ਰਚਾਰ ਦੀ ਸਿਆਸਤ ਹੈ ਦਿੱਲੀ ਮਾਡਲ ਦੇ ਨਾਲ ਨਾਲ, ਇਹਦੇ ਤੇ ਮੈਂ ਜਾਣਨਾ ਚਾਹੁੰਦਾ ਤੁਸੀਂ ਕੀ ਕਹਿਣਾ ਚਾਹੋਗੇ, ਕਿਵੇਂ ਸਮਝੀਏ ਇਹਨੂੰ? ਦੇਖੋ, ਮੈਨੂੰ ਲੱਗਦਾ ਡੱਲਾ ਜੀ ਤੁਸੀਂ ਬਹੁਤ, ਜਿਹੜੀ ਇਹ ਇੱਕ ਇੰਪੋਰਟੈਂਟ ਹੈ, ਬਹੁਤ ਸਿਗਨੀਫਿਕੈਂਟ ਹੈ। ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ ਕਿ ਬੜਾ ਅਹਿਮ ਮਸਲਾ। ਦਰਅਸਲ ਜਦੋਂ ਤੋਂ ਆਮ ਆਦਮੀ ਪਾਰਟੀ ਆਈ ਹੈ, ਹਾਲਾਂਕਿ 16 ਮਾਰਚ ਨੂੰ ਭਗਵੰਤ ਮਾਨ ਉਹਨਾਂ ਨੇ ਸਹੁੰ ਚੁੱਕੀ ਆ,
ਪਰ ਇੱਕ ਹੋਰ ਤੁਸੀਂ ਬੜੀ ਗੱਲ ਕਹੀ ਆ, ਉਹ ਇਹ ਗੱਲ ਇਸ ਕਰਕੇ ਇੰਪੋਰਟੈਂਟ ਕਿ ਅਕਸਰ ਇਹ ਕਿਹਾ ਜਾਂਦਾ ਕਿ ਇਹਨਾਂ ਤੋਂ ਹਜੇ ਸਵਾਲ ਨਾ ਪੁੱਛੋ ਆਮ ਆਦਮੀ ਪਾਰਟੀ ਤੋਂ, ਕਿਉਂਕਿ ਇਹ ਨਵੀਂ ਪਾਰਟੀ ਹੈ, ਹਜੇ ਇਹਨਾਂ ਨੂੰ ਵਕਤ ਦਿਓ। ਦਰਅਸਲ ਵਕਤ ਇੰਨਾ ਖੁੰਝ ਚੁੱਕਾ ਜਾਂ ਵਕਤ ਇੰਨਾ ਗਵਾ ਲਿੱਤਾ ਗਿਆ ਪਹਿਲਾਂ ਰਵਾਇਤੀ ਪਾਰਟੀਆਂ ਤੋਂ ਕਿ ਹੁਣ ਵਕਤ ਰਿਹਾ ਹੀ ਨਹੀਂ। ਇਹ ਵੱਖਰੀ ਗੱਲ ਹੈ, ਸਮੇਂ ਹੀ ਉਸ ਵੇਲੇ ਆਇਆ, ਆਦਮੀ ਪਾਰਟੀ ਦਾ ਸਮਾਂ ਹੀ ਉਸ ਵਕਤ ਆਇਆ ਜਦੋਂ ਪਹਿਲੇ ਵਕਤ ਬਹੁਤ ਖੁੰਝ ਚੁੱਕਾ, ਤੇ ਹੁਣ ਜਿਹੜਾ ਫੈਸਲੇ ਦੀ ਘੜੀ ਆ ਚੁੱਕੀ ਆ। ਔਰ ਜਿਸ ਤਰ੍ਹਾਂ ਦੀ ਰਾਜਨੀਤੀ ਹਰਿਆਣਾ ਕਰ ਰਿਹਾ, ਜਿਸ ਤਰ੍ਹਾਂ ਦੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਕੇਂਦਰ 'ਚ ਕਰ ਰਹੀ ਆ, ਜਾਂ ਹੁਣ ਹਿਮਾਚਲ ਪ੍ਰਦੇਸ਼ ਨੇ ਵੀ ਆਪਣਾ ਇੱਕ ਨਵਾਂ ਰੁਖ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ, ਉਹਨਾਂ ਨੇ ਇਖਤਿਆਰ ਕੀਤਾ। ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਕੋਲੇ ਕੋਈ ਸਾਹ ਲੈਣ ਦੀ ਵੀ ਫੁਰਸਤ ਆ। ਪਰ ਇਸ ਦੇ ਬਾਵਜੂਦ ਗੁਜਰਾਤ ਦੀਆਂ ਫੇਰੀਆਂ ਹੁੰਦੀਆਂ, ਉੱਥੇ 2-2 ਦਿਨ ਦਾ ਜਿਵੇਂ ਮਿਸ਼ਨ ਗੁਜਰਾਤ ਕਹਿ ਰਹੀ ਹੈ ਆਮ ਆਦਮੀ ਪਾਰਟੀ, ਦੇਖੋ ਜਾਣ ਦੇ ਵਿੱਚ, ਆਪਣਾ ਮਿਸ਼ਨ ਲੈ ਕੇ ਜਾਣ ਦੇ ਵਿੱਚ ਪਾਰਟੀ ਵਧਾਉਣ ਦਾ ਕੋਈ ਹਰਜ ਨਹੀਂ ਆ। ਪਰ ਨਾਲ ਦੀ ਨਾਲ ਡੱਲਾ ਜੀ, ਸਾਨੂੰ ਇਹ ਵੀ ਸਮਝਣਾ ਚਾਹੀਦਾ ਕਿ ਪੰਜਾਬ ਦੀ ਸਥਿਤੀ ਕਿਹੋ ਜਿਹੀ ਆ। 1 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਮਤਾ ਪਾਸ ਹੁੰਦਾ ਚੰਡੀਗੜ੍ਹ ਨੂੰ ਲੈ ਕੇ ਕਿ ਚੰਡੀਗੜ੍ਹ ਨੂੰ ਹਮੇਸ਼ਾ ਲਈ ਪੰਜਾਬ ਨੂੰ ਦੇ ਦਿੱਤਾ ਜਾਣਾ ਚਾਹੀਦਾ। ਪਰ ਅਗਲੇ ਹੀ ਦਿਨ ਜਿਹੜੀ ਆ ਉਹ ਭਗਵੰਤ ਮਾਨ ਉਹਨਾਂ ਦੀ ਫੇਰੀ ਸ਼ੁਰੂ ਹੋ ਜਾਂਦੀ ਹੈ ਗੁਜਰਾਤ ਦੇ ਵਿੱਚ। ਅਰਵਿੰਦ ਕੇਜਰੀਵਾਲ ਵੀ ਉੱਥੇ ਪਹੁੰਚ ਜਾਂਦੇ ਆ। ਔਰ ਜਿਸ ਤਰ੍ਹਾਂ ਤੁਸੀਂ ਕਿਹਾ, ਹੁਣ 6 ਅਪ੍ਰੈਲ ਨੂੰ ਇਹਨਾਂ ਨੇ ਆਪਣੀ ਜਿਹੜੀ ਅਗਲਾ ਮਿਸ਼ਨ ਆ ਉਹ ਹਿਮਾਚਲ ਮਿਸ਼ਨ ਰੱਖ ਲਿਆ, ਹਿਮਾਚਲ ਪ੍ਰਦੇਸ਼ ਦਾ ਮਿਸ਼ਨ ਰੱਖ ਜੀ। ਸੋ ਮੈਂ ਮੰਤਰੀ ਵੀ ਕਹਿੰਦਾ ਜਾਣਗੇ, ਪੰਜਾਬ ਦੇ ਕਈ ਮੰਤਰੀ ਵੀ ਹੁਣ ਦੌਰੇ ਉਹਨਾਂ ਦੇ ਬਣਨਗੇ, ਉੱਥੇ ਬਣਨਗੇ। ਪਹਿਲਾਂ ਤਾਂ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਗੱਲ ਦੱਸਣਾ ਚਾਹੁੰਦਾ। ਤੁਸੀਂ ਦੇਖੋ, ਗੁਜਰਾਤ ਜਾ, ਤੁਸੀਂ ਜੋ ਕਿਸੇ ਦੂਸਰੇ ਸੂਬੇ ਦੇ ਵਿੱਚ ਜਾਂਦੇ ਹੋ ਤੇ ਉੱਥੋਂ ਦੀ ਸਿਆਸਤ ਨੂੰ ਸਮਝੋ। ਤੁਸੀਂ ਉਦੋਂ ਇੱਕ ਬੜੀ ਵਧੀਆ ਗੱਲ ਕਹੀ ਸੀ ਜਦੋਂ ਤੁਸੀਂ ਇਹ ਦੱਸਿਆ ਸੀ ਕਿ ਕਿਸ ਤਰ੍ਹਾਂ ਸਿੰਬਲਿਜ਼ਮ ਨੂੰ ਵਰਤ ਕੇ, ਸੰਕੇਤਾਂ ਨੂੰ ਵਰਤ ਕੇ, ਚਾਹੇ ਉਹ ਸਾਬਰਮਤੀ ਗਏ ਹੁਣ ਮਹਾਤਮਾ ਗਾਂਧੀ ਜਿੱਥੇ ਰਹਿੰਦੇ ਸੀ, ਤੇ ਚਾਹੇ ਉਹ ਬਾਅਦ ਦੇ ਵਿੱਚ ਕਈ ਮੰਦਿਰਾਂ ਦੇ ਵਿੱਚ ਵੀ ਉਹ ਦਰਸ਼ਨ ਕਰਨ ਗਏ ਆ, ਉੱਥੇ ਗਏ ਆ। ਪਰ ਜਦੋਂ ਉਹ ਭੁੱਜ ਦੇ ਵਿੱਚ ਜਾਂ ਕੱਛ ਦੇ ਵਿੱਚ ਕਿਸਾਨਾਂ ਨੂੰ ਮਿਲਦੇ ਨੇ, ਤੇ ਫਿਰ ਜਿਹੜੀ ਉਹ ਆ, ਉਹ ਧਰਾਤਲ ਜਾਂ ਜ਼ਮੀਨੀ ਸਤਹ ਦੀ ਸੱਚੀ ਜਿਹੜੀ ਆ ਜਾਂ ਫੈਕਚੁਅਲ ਜਿਹੜੀ ਆ ਲੜਾਈ, ਉਹਦਾ ਸਾਹਮਣਾ ਕਰਨਾ ਪੈਂਦਾ, ਜਿਹੜਾ ਬਹੁਤ ਦੇਰ ਤੋਂ ਇਹ ਲੜਾਈ ਖੜੀ ਹੈ। ਕਿਸੇ ਦਿਨ ਡੱਲਾ ਜੀ ਆਪਣੇ ਕੋਲ ਸਮਾਂ ਹੋਏਗਾ, ਇਸ ਤੇ ਆਪਾਂ ਗੱਲ ਕਰਾਂਗੇ, ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਸਨ 2010 ਦੇ ਵਿੱਚ ਇਹ ਜਿਹੜੇ ਬਹੁਤ ਸਾਰੀਆਂ ਜਿਹੜੀਆਂ ਸਿੱਖ ਫੈਮਲੀਜ਼ ਆ ਜਿਹੜੀਆਂ 1964 ਦੇ ਵਿੱਚ ਗਈਆਂ ਸੀ। ਤੁਹਾਨੂੰ ਯਾਦ ਹੋਣਾ ਲਾਲ ਬਹਾਦਰ ਸ਼ਾਸਤਰੀ, ਹਾਂਜੀ, ਲਾਲ ਬਹਾਦਰ ਸ਼ਾਸਤਰੀ ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ, ਕਿਸ ਤਰ੍ਹਾਂ ਉੱਥੇ ਵਸਾਇਆ ਗਿਆ। ਔਰ ਉਸ ਤੋਂ ਬਾਅਦ ਉੱਥੋਂ ਦੀ ਗੁਜਰਾਤ ਸਰਕਾਰ ਹੀ ਉਹਨਾਂ ਨੂੰ, ਉਹਨਾਂ ਜਿਹੜੇ ਜ਼ਮੀਨੀ ਹੱਕ ਆ, ਉਹਨਾਂ ਦੇ ਮਾਲਕੀ ਹੱਕ ਆ, ਉਹਨਾਂ ਤੋਂ ਵਾਂਝਾ ਕਰਕੇ ਇੱਕ ਕਲੈਕਟਰ ਉਹਨਾਂ ਦਾ ਇੱਕ ਆਰਡਰ ਪਾਸ ਕਰਦੇ ਆ। ਇਸ ਤੇ ਕਿਸ ਦਿਨ ਗੱਲ ਕਰਾਂਗੇ। ਉਹੀ ਕਿਸਾਨ ਹੁਣ ਜਾ ਕੇ ਭਗਵੰਤ ਮਾਨ ਉਹਨਾਂ ਨੂੰ ਮਿਲਦੇ ਆ ਕਿ ਹੁਣ ਤਾਂ ਤੁਸੀਂ ਕੁਝ ਕਰ ਦਿਓ। ਮੈਨੂੰ ਯਾਦ ਆ ਅਰਵਿੰਦ ਕੇਜਰੀਵਾਲ ਸਨ 2014 ਚ ਵੀ ਗਏ ਸੀ ਉੱਥੇ। ਤੁਹਾਨੂੰ ਪਤਾ ਕਿ ਵਾਰਾਣਸੀ ਦੇ ਵਿੱਚ ਜਦੋਂ ਇਹਨਾਂ ਨੇ ਨਰਿੰਦਰ ਮੋਦੀ ਹੋਣਾ ਦੇ ਖਿਲਾਫ ਚੋਣ ਲੜੀ ਸੀ, ਉਸ ਤੋਂ ਪਹਿਲਾਂ ਗੁਜਰਾਤ ਗਏ ਸੀ ਤੇ ਇਹਨਾਂ ਹੀ ਕਿਸਾਨਾਂ ਨੂੰ ਮਿਲੇ ਸੀ। ਪਰ ਹੋਇਆ ਅੱਜ ਤੱਕ ਉਹਨਾਂ ਦਾ ਕੁਝ ਵੀ ਨਹੀਂ ਹੈ। ਉਸ ਮਸਲੇ ਬਾਰੇ ਗੱਲ ਕਰਾਂਗੇ। ਸੋ ਜਿਹੜੀਆਂ ਜ਼ਮੀਨੀ ਸਤਰ ਦੀਆਂ ਲੜਾਈਆਂ ਉਹ ਲੜਨੀਆਂ ਜਿਹੜੀਆਂ, ਉਹ ਸਿਰਫ ਲਿਪ ਸਰਵਿਸ ਨਾਲ ਨਹੀਂ ਹੋਣੀਆਂ, ਸਿਰਫ ਟਿੱਪਣੀਆਂ ਕਰ ਦੇਣਾ, ਸਟੇਟਮੈਂਟਸ ਦੇ ਦੇਣਾ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਹਿਮਾਚਲ ਦੇ ਵਿੱਚ, ਦੇਖੋ ਡੱਲਾ ਜੀ, ਮੈਨੂੰ ਨਹੀਂ ਲੱਗਦਾ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ। ਇਹਦੀ ਕਿਸੇ ਨੇ ਬੜੀ ਕੇਅਰਫੁਲੀ ਪਲੈਨਿੰਗ ਕੀਤੀ ਹੈ, ਜਾਂ ਇੱਕ ਸਬਬ ਆ, ਜਾਂ ਕਿ ਆਪਣੇ ਆਪ ਜਿਵੇਂ ਕਹਿ ਦਿੰਦੇ ਕੋਇਨਸੀਡੈਂਟ ਆ। 6 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਜਿਹੜਾ ਉੱਥੇ ਆਪਣਾ ਇੱਕ ਚਾਹੇ ਸ਼ਕਤੀ ਪ੍ਰਦਰਸ਼ਨ ਕਹਿ ਲਓ ਜਾਂ ਫੈਲਾਅ ਕਹਿ ਲਓ, ਇੱਕ ਬੜਾ ਵੱਡਾ ਸਮਾਗਮ ਰੱਖ ਰਹੀ ਆ, ਜਿਸ ਵਿੱਚ ਔਰ 6 ਅਪ੍ਰੈਲ ਨੂੰ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਵੀ ਆ। ਔਰ ਜੀ ਔਰ ਉੱਥੇ ਤੁਸੀਂ ਦੇਖੋ ਡੱਲਾ ਜੀ, ਕਿਹਾ ਜਾ ਰਿਹਾ ਕਿ ਹਰੇਕ ਕਨਸਟੀਚੁਐਂਸੀ ਦੇ ਵਿੱਚ 5-5 ਹਜ਼ਾਰ ਬੰਦਾ ਭਾਰਤੀ ਜਨਤਾ ਪਾਰਟੀ ਵੀ ਇਕੱਠਾ ਕਰੇਗੀ, ਤੇ ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਨੂੰ ਉੱਥੇ ਸੰਬੋਧਨ ਵੀ ਕਰਨਗੇ। ਉਹ ਜਾ ਕੇ ਵੀਡੀਓ ਕਾਨਫਰੰਸਿੰਗ ਲਈ ਕਰਦੇ ਆ ਜਾਂ ਉੱਥੇ ਫਿਜ਼ੀਕਲੀ ਆਪ ਜਾਂਦੇ ਆ। ਇਸ ਬਾਰੇ ਹਜੇ ਮੇਰੀ ਜਾਣਕਾਰੀ ਨਹੀਂ ਹੈ, ਪਰ ਉਹਨਾਂ ਨੂੰ ਵੀ ਉਸ ਦਿਨ ਉਹ ਸੰਬੋਧਨ ਕਰਨਗੇ। ਮੇਰਾ ਕਹਿਣ ਦਾ ਮਤਲਬ ਹੈ ਕਿ ਸਾਰਾ ਕੁਝ ਕੀਤਾ ਜਾ ਰਿਹਾ ਤਾਂ ਕਿ ਕਾਂਗਰਸ ਜਿਹੜੀ ਆ, ਤੁਹਾਨੂੰ ਯਾਦ ਹੋਣਾ ਜਦੋਂ ਕਿਸੇ ਟਾਈਮ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਚੋਣਾਂ ਤੋਂ ਪਹਿਲਾਂ ਉੱਥੇ ਬਾਈ ਇਲੈਕਸ਼ਨਸ ਹੋਈਆਂ ਸੀ, ਪੂਰੇ ਭਾਰਤ ਦੇ ਵਿੱਚ ਕਾਂਗਰਸ ਜਿੱਤੀ, 3 ਵਿਧਾਇਕ ਜਿੱਤੇ, ਇੱਕ ਲੋਕ ਸਭਾ ਦੀ ਸੀਟ ਉੱਥੇ ਜਿੱਤੀ। ਤੇ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਤਾਂ ਦੇਖੋ ਜੀ ਹਿਮਾਚਲ ਦੇ ਵਿੱਚ ਕਾਂਗਰਸ ਪਾਰਟੀ ਆ ਜਾਏਗੀ। ਲੇਕਿਨ ਆਮ ਆਦਮੀ ਪਾਰਟੀ ਨੂੰ ਜਦੋਂ ਤੋਂ ਪੰਜਾਬ ਦੇ ਵਿੱਚ ਇੰਨਾ ਭਾਰੀ ਬਹੁਮਤ ਮਿਲਿਆ, ਉਸ ਤੋਂ ਬਾਅਦ ਉਹਨਾਂ ਦੀਆਂ ਉਮੀਦਾਂ ਵੀ ਜਿਹੜੀਆਂ, ਉਹ ਮੈਨੂੰ ਲੱਗਦਾ ਜਿਹੜੀਆਂ ਆਸਾਂ ਹੋਰ ਵੱਧ ਗਈਆਂ। ਉਹਨਾਂ ਨੂੰ ਲੱਗਦਾ ਜੇ ਅਸੀਂ ਪੰਜਾਬ 'ਚ ਜਿੱਤ ਸਕਦੇ। ਤੁਹਾਨੂੰ ਯਾਦ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਮੈਨੂੰ ਬਚਪਨ ਯਾਦ ਆਉਂਦਾ ਹੈ, ਕਈ ਵਾਰੀ ਰੰਧਾਵਾ ਜੀ, ਅਸੀਂ ਛੋਟੇ ਹੁੰਦੇ ਖੇਤਾਂ 'ਚ ਪਤੰਗ ਲੁੱਟਦੇ ਹੁੰਦੇ ਸੀ। ਲੋਹੜੀ ਨੂੰ, ਬਸੰਤ ਨੂੰ ਪਤੰਗਾਂ ਦੇ ਪੇਚੇ ਲੱਗਣੇ।
ਕਈ ਵਾਰੀ ਜਦੋਂ ਇੱਕ ਪਤੰਗ ਲੁੱਟ ਲੈਣਾ ਨਾ ਜੀ, ਉਹ ਲੁੱਟ ਕੇ ਲੈਣਾ, ਕਈ ਵਾਰੀ ਕੋਈ ਨੇੜੇ ਤੇੜੇ ਹੁੰਦਾ ਹੀ ਨਹੀਂ ਸੀ, ਪਤੰਗ ਡਿੱਗਦਾ ਸੀ, ਭੱਜ ਕੇ ਆਪ ਹੀ ਬੋਚ ਲੈਣਾ, ਹੁੰਦੇ ਵੀ ਇਕੱਲੇ ਹੀ ਸੀ। ਤੇ ਜੀ ਕਈ ਵਾਰੀ ਪਤੰਗ ਬੋਚਿਆ ਜਾਂਦਾ ਸੀ ਤੇ ਇੱਕ ਹੌਸਲਾ ਆ ਜਾਂਦਾ ਸੀ ਵੀ ਨਹੀਂ, ਅਸੀਂ ਵੀ ਪਤੰਗ ਲੁੱਟ ਸਕਦੇ ਹਾਂ। ਤੇ ਜੀ ਅਸੀਂ ਉਹ ਪਤੰਗ ਲੁੱਟਿਆ ਹੋਇਆ ਘਰੇ ਸਾਂਭ ਕੇ ਫੇਰ ਬਾਹਰ ਨਿਕਲ ਜਾਣਾ ਵੀ ਅਸੀਂ ਹੋਰ 2-3 ਪਤੰਗ ਲੁੱਟਣੇ ਨੇ। ਆਮ ਆਦਮੀ ਪਾਰਟੀ ਨੇ ਮਿਹਨਤ ਕੀਤੀ ਹੈ ਪੰਜਾਬ 'ਚ, ਉਹਨਾਂ ਨੇ ਪੰਜਾਬ ਨੂੰ ਤੁੱਕੇ ਨਾਲ ਨਹੀਂ ਹਾਸਲ ਕੀਤਾ, ਪਰ ਕਈ ਵਾਰੀ ਚਾਅ ਜਾਂ ਸਾਂਭਿਆ ਨਹੀਂ ਜਾਂਦਾ। ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਹੋਣਾ, ਸੋਚ ਚੰਗੀ ਆ ਉਹਨਾਂ ਦੀ, ਪੋਜ਼ਿਟਿਵ ਸੋਚ ਨਾਲ ਸਿਆਸਤ ਕਰਦੇ ਆ, ਉਹਨਾਂ ਨੂੰ ਲੱਗਦਾ ਹੋਣਾ ਵੀ ਅਸੀਂ ਪੰਜਾਬ ਤਾਂ ਜਿੱਤ ਲਿਆ, ਹੁਣ ਅਸੀਂ ਫਟਾਫਟ ਹਿਮਾਚਲ ਵੀ ਜਿੱਤ ਲਈਏ, ਗੁਜਰਾਤ ਵੀ ਜਿੱਤ ਲਈਏ, ਹਰਿਆਣਾ ਵੀ ਜਿੱਤ ਲਈਏ। ਸ਼ਾਇਦ ਉਹ ਥੋੜੀ ਕਾਲੀ ਜੀ 'ਚ ਨੇ ਕਿ ਦਿੱਲੀ ਮਾਡਲ ਪੰਜਾਬ 'ਚ, ਹੁਣ ਮੈਂ ਇਹਨਾਂ ਦੇ ਬਿਆਨ ਸੁਣਦਾ, ਕਹਿੰਦੇ ਜੀ ਦਿੱਲੀ ਮਾਡਲ ਪੰਜਾਬ 'ਚ ਲਾਗੂ ਹੋ ਗਿਆ, ਹੁਣ ਹਿਮਾਚਲ 'ਚ ਗੁਜਰਾਤ 'ਚ ਵੀ ਲਾਗੂ ਕਰਾਂਗੇ। ਸਵਾਲ ਇੱਕ ਛੋਟਾ ਜਿਹਾ ਜਵਾਬ ਦੇ ਦਿਓ ਕਿ ਦਿੱਲੀ ਮਾਡਲ ਪੰਜਾਬ 'ਚ ਲਾਗੂ ਹੋ ਗਿਆ? ਦੇਖੋ ਡੱਲਾ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਹਜੇ ਪੰਜਾਬ ਦੇ ਵਿੱਚ ਇਹ ਸਰਕਾਰ ਆਈ ਨੂੰ ਜੁਮਾ ਹੋਇਆ। ਇਹ ਕਹਿ ਦੇਣਾ ਕਿ ਦਿੱਲੀ ਮਾਡਲ ਪੰਜਾਬ 'ਚ ਲਾਗੂ ਕਰ ਦਿੱਤਾ, ਇਹ ਆਪਣੇ ਆਪ ਦੇ ਵਿੱਚ ਗੱਲ ਜਾਂ ਤਾਂ ਬਹੁਤ ਬਚਕਾਨੀ ਹੈ ਤੇ ਜਾਂ ਬਹੁਤ ਹਾਸੋਹੀਣੀ ਹੈ, ਬੜੀ ਇਮੈਚੁਰ ਗੱਲ ਆ। ਆਮ ਲੋਕਾਂ ਨੂੰ ਵੀ ਪਤਾ, ਜਿਹੜੇ ਸਿਆਸਤ ਨੂੰ ਥੋੜਾ ਬਹੁਤਾ ਵੀ ਸਮਝਦੇ ਆ, ਕਿ ਹਜੇ ਤੱਕ ਪੰਜਾਬ ਨੂੰ ਆਪਣੀ ਲੀਹ ਉੱਤੇ ਪਾਉਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਆ। ਹਜੇ ਤਾਂ ਉਹਨਾਂ ਦੇ ਜਿਹੜੇ ਮੰਤਰੀ ਬਣੇ ਨੇ ਜਾਂ ਪਹਿਲੀ ਵਾਰੀ ਐਮਐਲਏ ਬਣ ਕੇ ਮੰਤਰੀ ਬਣੇ ਨੇ, ਉਹਨਾਂ ਨੂੰ ਹਜੇ ਮਹਿਕਮੇ ਦੀ ਨਹੀਂ ਸਮਝ ਆ ਰਹੀ, ਹਜੇ ਉਹਨਾਂ ਨੇ ਪੂਰੀਆਂ ਬੈਠਕਾਂ ਨਹੀਂ ਕੀਤੀਆਂ, ਉਹ ਫਾਈਲਾਂ ਹੀ ਨਹੀਂ ਪੜ੍ਹੀਆਂ। ਮੁੱਖ ਮੰਤਰੀ ਸਾਹਿਬ ਜਿਹੜੇ ਆਪਣੇ ਭਗਵੰਤ ਮਾਨ ਹੁਣੀ ਬਣੇ ਆ, ਹਜੇ ਇਹਨਾਂ ਨੇ ਵੀ ਬਹੁਤ ਸਾਰੀਆਂ ਬੈਠਕਾਂ ਕਰਨੀਆਂ। ਮੈਂ ਤੁਹਾਨੂੰ ਬਸ ਥੋੜੀ ਜਿਹੀ ਗੱਲ ਦੱਸਦਾ ਕਿ ਬਿਊਰੋਕਰੈਟਸ ਕਹਿ ਰਹੇ ਨੇ ਕਿ ਸਾਡੇ ਨਾਲ ਜਿਸ ਤਰ੍ਹਾਂ ਦੀਆਂ ਇੱਕ ਮੈਰਾਥਨ ਮੀਟਿੰਗਸ ਹੋਣੀਆਂ ਚਾਹੀਦੀਆਂ ਮੁੱਖ ਮੰਤਰੀ ਦੀਆਂ, ਸਾਡੀਆਂ ਡਿਊਟੀਆਂ ਲੱਗਣੀਆਂ ਚਾਹੀਦੀਆਂ ਕਿ ਇਹਨਾਂ ਫਾਈਲਸ ਦੀ ਜਿਹੜੀਆਂ ਪੁਰਾਣੀਆਂ ਫਾਈਲਾਂ, ਉਹਨਾਂ ਦੀਆਂ ਸਾਨੂੰ ਨੋਟਿੰਗਸ ਬਣਾ ਕੇ ਦਿਓ। ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਸ਼ਿਸ਼ ਮੁੱਖ ਮੰਤਰੀ ਵੱਲੋਂ ਹਜੇ ਤੱਕ ਨਹੀਂ ਹੋਈ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਬਦਲੀਆਂ ਹੁੰਦੀਆਂ ਜ਼ਰੂਰ ਦੇਖੀਆਂ, ਕਈ ਤਰ੍ਹਾਂ ਦੇ ਤਬਾਦਲੇ ਹੁੰਦੇ ਦੇਖੇ ਆ, ਲੇਕਿਨ ਜਿਸ ਤੇਜ਼ੀ ਨਾਲ ਤਵੱਕੋ ਕੀਤੀ ਜਾ ਰਹੀ ਸੀ ਔਰ ਜਿਸ ਲੱਗਦਾ ਸੀ ਕਿ ਕਾਹਲੀ 'ਚ ਨੇ ਆਮ ਆਦਮੀ ਪਾਰਟੀ, ਦੂਸਰੇ ਪਾਸੇ ਇਹ ਵੀ ਤਰਕ ਦਿੱਤਾ ਜਾਂਦਾ ਕਿ ਬੜਾ ਸੋਚ ਸਮਝ ਕੇ ਫੈਸਲੇ ਲੈਂਦੇ ਨੇ। ਪਰ ਜੇ ਸੋਚ ਸਮਝ ਕੇ ਫੈਸਲੇ ਲੈਂਦੇ ਨੇ ਤੇ ਪੰਜਾਬ ਦੇ ਜਿਹੜੇ ਮਸਲੇ ਆ ਉਹ ਨੈਸ਼ਨਲ ਲੈਵਲ ਤੇ ਜਾਂ ਸੂਬਾ ਲੈਵਲ ਤੇ ਬਹੁਤ ਗੰਭੀਰ ਹੁੰਦੇ ਜਾ ਰਹੇ ਆ। ਅਸੀਂ ਵਾਪਸ ਉਸੇ ਗੱਲ ਤੇ ਹੀ ਆਉਣੇ ਆ, ਕਿਉਂਕਿ ਉਹਨਾਂ ਲਈ ਵਕਤ ਨਹੀਂ ਆ। ਜਦੋਂ ਭਗਵੰਤ ਮਾਨ ਹੋਣਾ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਮਤਾ ਅਸੀਂ ਪਾਸ ਕਰ ਲਿਆ, ਹੁਣ ਸਾਡਾ ਜਿਹੜਾ ਅਗਲਾ ਮਕਸਦ ਆ ਉਹ ਪ੍ਰਧਾਨ ਮੰਤਰੀ ਨਾਲ ਜਾਂ ਗ੍ਰਹਿ ਮੰਤਰੀ ਨਾਲ ਅਸੀਂ ਸਮਾਂ ਲਵਾਂਗੇ, ਉਹਨਾਂ ਨੂੰ ਮਿਲਾਂਗੇ। ਤੇ ਨਾਲ ਦੀ ਨਾਲ ਹੀ ਤੁਹਾਨੂੰ ਯਾਦ ਹੋਣਾ, ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਜੇ ਇਕੱਲੇ ਮਿਲਣਾ ਚਾਹੁੰਦੇ ਹੋ ਤਾਂ ਇਕੱਲੇ ਮਿਲੋ, ਜੇ ਤੁਸੀਂ ਆਲ ਪਾਰਟੀ ਮੀਟਿੰਗ ਸੱਦਣੀ ਚਾਹੁੰਦੇ ਆ ਅਸੀਂ ਵੀ ਤਿਆਰ ਆ, ਜੇ ਸਾਨੂੰ ਲੈ ਕੇ ਜਾਣਾ ਚਾਹੁੰਦੇ ਅਸੀਂ ਤਾਂ ਵੀ ਤਿਆਰ ਆ, ਜੇ ਤੁਸੀਂ ਪਾਰਲੀਮੈਂਟ ਦੇ ਅੱਗੇ ਧਰਨੇ ਦੇਣੇ ਤਾਂ ਵੀ ਤਿਆਰ ਆ। ਪਰ ਉਹ ਕਿੱਥੇ ਆ, ਸਾਨੂੰ ਕੋਸ਼ਿਸ਼ ਕੋਈ ਦਿਖਾਈ ਨਹੀਂ ਦੇ ਰਹੀ ਜੀ। ਪ੍ਰਤਾਪ ਬਾਜਵਾ ਨੇ ਕਿਹਾ ਸੀ ਤੁਸੀਂ ਲਾਓ ਮੋਰਚਾ, ਅਸੀਂ ਵੀ ਨਾਲ ਆ, ਪਰ ਹਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਵੀ ਕੀ ਪ੍ਰਧਾਨ ਮੰਤਰੀ ਨੂੰ ਜਾਂ ਗ੍ਰਹਿ ਮੰਤਰੀ ਨੂੰ ਮਿਲਣ ਲਈ ਇਸ ਮੁੱਦੇ ਤੇ ਕੋਈ ਸਮਾਂ ਮੰਗਿਆ ਗਿਆ ਭਗਵੰਤ ਮਾਨ ਜੀ ਵੱਲੋਂ। ਅਗਰ ਇਹ ਮੰਗਿਆ ਗਿਆ ਹੁੰਦਾ ਤੇ ਸ਼ਾਇਦ ਪ੍ਰੈਸ ਨੋਟ ਆ ਜਾਣਾ ਸੀ। ਪਰ ਸਵਾਲ ਅੱਜ ਹਰਿਆਣੇ ਨੇ ਜਿਹੜਾ ਸੈਸ਼ਨ ਰੱਖਤਾ, ਉਹ ਮਤਾ ਪਾ ਕੇ ਕਹਿੰਦੇ ਸਾਨੂੰ SYL ਵੀ ਦਿਓ। ਔਰ ਮੈਂ ਹਿਮਾਚਲ ਦਾ ਡਾਟਾ ਨਾਲ ਜੋੜਦੇ ਹਾਂ, 157 ਕਿਲੋਮੀਟਰ SYL ਨਹਿਰ ਦੀ ਲੰਬਾਈ ਹੈ, ਮੇਰੇ ਅੰਦਾਜ਼ੇ ਮੁਤਾਬਕ, ਮਾੜੀ ਮੋਟੀ ਘੱਟ ਵੱਧ ਹੋ ਸਕਦੀ ਹੈ, ਜਿਹੜੀ ਸਾਡੇ SYL ਹਰਿਆਣੇ ਨਾਲ ਜੁੜਦੀ ਹੈ, ਸਾਡੇ ਆਹ ਰੋਪੜ ਚੋਂ ਜੀ। ਔਰ ਹੁਣ ਹਿਮਾਚਲ ਮਾਰਗ ਕਮੇਟੀ ਹੈ, ਉਹਨਾਂ ਨੇ ਸੁਝਾਅ ਦਿੱਤਾ ਵੀ ਤੁਸੀਂ ਪੰਜਾਬ ਦੇ ਵਿੱਚੋਂ ਹਰਿਆਣੇ 'ਚ ਪਾਣੀ ਲੈ ਕੇ ਜਾਣਾ ਹੈ 157 ਕਿਲੋਮੀਟਰ, ਤੁਹਾਡਾ ਇੰਨਾ ਪੁਰਾਣਾ ਰੌਲਾ ਹੈ। ਪਾਣੀ ਇਹ ਵੀ ਭਾਖੜਾ ਡੈਮ ਤੋਂ ਹੀ ਆਣਾ, ਰੋਪੜ ਨਹਿਰ 'ਚ ਭਾਖੜਾ ਡੈਮ ਤੋਂ ਪਾਣੀ ਆਉਣਾ ਤੇ ਹਰਿਆਣੇ ਨੂੰ ਜਾਣਾ ਹੈ SYL ਦੇ ਪ੍ਰਪੋਜ਼ਲ ਮੁਤਾਬਕ। ਉਹ ਕਹਿੰਦੇ ਕਿ ਤੁਸੀਂ ਭਾਖੜਾ ਡੈਮ ਤੋਂ ਨਾਲਾਗੜ੍ਹ ਇੱਕ ਨਹਿਰ ਬਣਾ ਲਓ, 4200 ਕਰੋੜ ਦਾ ਖਰਚਾ ਆਉਣਾ, ਕਹਿੰਦੇ 4200 ਕਰੋੜ, ਔਰ ਸਾਲ 1.5 ਸਾਲ 2 ਸਾਲ 'ਚ, ਬਹੁਤ ਥੋੜੇ ਸਮੇਂ 'ਚ ਉਹਦੀ ਉਸਾਰੀ ਹੋ ਜਾਣੀ। ਕਹਿੰਦੇ ਭਾਖੜਾ ਤੋਂ ਨਾਲਾਗੜ੍ਹ, ਨਾਲਾਗੜ੍ਹ ਤੋਂ ਬੱਦੀ ਤੋਂ ਪਿੰਜੌਰ, ਔਰ ਪਿੰਜੌਰ ਤੋਂ ਬਰਵਾਲਾ ਦੇ ਕੋਲੇ ਇੱਕ ਟਾਂਗਰੀ ਨਦੀ ਹੈ, ਉਹ ਪਾਣੀ ਤੁਸੀਂ ਭਾਖੜਾ ਤੋਂ ਨਾਲਾਗੜ੍ਹ, ਬੱਦੀ, ਪਿੰਜੌਰ ਦੇ ਜਰੀਏ ਤੁਸੀਂ ਟਾਂਗਰੀ ਨਦੀ 'ਚ ਪਾ ਲਓ ਪਾਣੀ ਜੀ, ਤੇ ਉੱਥੇ ਜਨਸੂਈ ਹੈਡ ਹੈ ਜੀ, ਤੇ ਉਹ ਜਨਸੂਈ ਹੈਡ ਤੋਂ ਤੁਸੀਂ ਹਰਿਆਣੇ ਨੂੰ ਦੇ ਦਿਓ ਪਾਣੀ, ਆਰਾਮ ਨਾਲ ਹਰਿਆਣਾ ਕਨੈਕਟਡ ਹੈ ਉੱਥੇ ਜਨਸੂਈ ਹੈਡ ਤੇ। ਸੋ ਉਹ ਕਹਿੰਦੇ ਕੋਈ ਵਿਵਾਦ ਨਹੀਂ। ਔਰ ਪਾਣੀ ਮਸਲਾ ਤਾਂ ਇਹ ਹੈ, ਆਪਣਾ ਮਨਪ੍ਰੀਤ ਜੀ,
ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਹਰਿਆਣਾ ਤਾਂ ਪੰਜਾਬ ਦਾ ਹਿੱਸਾ ਸੀ, ਉਹ ਤਾਂ ਸਾਡੇ ਚੋਂ ਟੁੱਟਿਆ। ਜੀ ਤੇ ਜਿਹੜਾ ਪਾਣੀ ਆ ਰਿਹਾ ਸੀ ਹਿਮਾਚਲ ਤੋਂ, ਅਸੀਂ ਰਿਪੇਰੀਅਨ ਸਟੇਟ ਆ, ਉਹ ਕੁਦਰਤੀ ਤੌਰ ਤੇ ਵਗ ਕੇ ਪਾਣੀ ਆਉਂਦਾ, ਸਾਡਾ ਕੁਦਰਤੀ ਤੌਰ ਤੇ ਉਹਦੇ ਤੇ ਹੱਕ ਹੈ। ਬਿਲਕੁਲ। ਤੇ ਅਸੀਂ ਤਾਂ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਪਹਾੜਾਂ ਤੋਂ ਜਿਹੜਾ ਪਾਣੀ ਆ ਕੇ ਭਾਖੜਾ ਡੈਮ 'ਚ ਇਕੱਠਾ ਹੁੰਦਾ ਹੈ, ਉਹ ਪੰਜਾਬ 'ਚ ਹੀ ਵਗਣਾ ਹੈ। ਭਾਖੜਾ ਡੈਮ ਦਾ ਸੁੱਖ ਵੀ ਸਾਨੂੰ ਹੈ, ਜਦੋਂ ਕਿਤੇ ਪਾਣੀ ਘਟਦਾ ਹੈ ਤੇ ਦੁੱਖ ਵੀ ਸਾਨੂੰ ਹੈ, ਕਿਉਂਕਿ ਸੋਕਿਆ ਪੈ ਜਾਂਦਾ ਜੀ। ਜਦੋਂ ਭਾਖੜਾ ਡੈਮ ਦਾ ਪੱਧਰ ਡਿੱਗਦਾ ਹੈ ਤੇ ਸਾਨੂੰ ਰਾਤਾਂ ਨੂੰ ਨੀਂਦਾਂ ਨਹੀਂ ਆਉਂਦੀਆਂ, ਕਿਉਂਕਿ ਬੱਤੀ ਗੁੱਲ ਹੋ ਜਾਂਦੀ ਹੈ, ਕਹਿੰਦੇ ਬਿਜਲੀ ਨਹੀਂ ਪੈਦਾ ਹੋ ਰਹੀ ਪੂਰੀ ਜੀ। ਇਹ ਸਾਰੇ ਦੁੱਖ ਦਰਦ ਭਾਖੜਾ ਡੈਮ ਦੇ। ਜੇ ਭਾਖੜਾ ਡੈਮ 'ਚ ਪਾਣੀ ਵੱਧਦਾ, ਫਲੱਡ ਗੇਟ ਖੁੱਲਦੇ ਨੇ ਤੇ ਪੰਜਾਬ 'ਚ ਲੋਕਾਂ ਦੇ ਘਰ ਰੁੜਦੇ ਨੇ, ਕਿਸਾਨਾਂ ਦੇ ਸਾਡੇ ਹੀ ਰੁੜਦੇ ਨੇ ਜੀ। ਮੈਂ ਕਿੰਨੀ ਵਾਰੀ ਸੁੱਤਾ ਨਹੀਂ ਰਾਤਾਂ ਨੂੰ, ਕਹਿੰਦੇ ਜੀ ਭਾਖੜੇ ਦਾ ਪਾਣੀ ਛੱਡਣਾ, ਕਿਉਂਕਿ ਜਦੋਂ ਭਾਖੜੇ ਤੇ ਪਾਣੀ ਦਾ ਦਬਾਅ ਵੱਧਦਾ ਉਹਨੂੰ ਛੱਡਦੇ ਆ ਪਾਣੀ ਨੂੰ, ਨੁਕਸਾਨ ਅਸੀਂ ਝੱਲਦੇ ਹਾਂ। ਹੁਣ ਜਿਹੜੀ ਹਿਮਾਚਲ ਮਾਰਗ ਕਮੇਟੀ ਹੈ ਉਹ ਸੁਝਾਅ ਦੇ ਰਹੀ ਹੈ ਵੀ ਤੁਸੀਂ ਸੁਰੱਖਿਅਤ ਪਾਣੀ ਲੈ ਜਾਓ ਭਾਖੜੇ ਦਾ, ਤੇ ਅਗਰ ਪਾਣੀ ਭਾਖੜਾ ਡੈਮ ਚੋਂ ਉਸ ਰੂਟ ਤੋਂ ਹਿਮਾਚਲ ਤੋਂ ਹਰਿਆਣੇ ਨੂੰ ਸਿੱਧਾ ਜਾਂਦਾ ਤਾਂ ਵੀ ਤਾਂ ਨੁਕਸਾਨ ਸਾਡਾ ਹੀ ਹੈ। ਮਨਪ੍ਰੀਤ ਜੀ ਕਿਵੇਂ ਵੇਖਦੇ ਹੋ ਜਿਹੜੀ ਇਹ ਨਵੀਂ ਗੱਲ ਤੁਰ ਪਈ ਹਿਮਾਚਲ ਮਾਰਗ ਕਮੇਟੀ ਦੇ ਸੁਝਾਅ ਨੂੰ? ਹੋ ਸਕਦਾ ਕਾਨੂੰਨੀ ਤੌਰ ਤੇ ਚੀਜ਼ਾਂ ਸਹੀ ਵੀ ਹੋਣ, ਪਰ ਗੱਲ ਇਹ ਹੈ ਕਿ ਪੰਜਾਬ ਨਾਲ ਜਦੋਂ ਧੱਕਿਆਂ ਦੀ ਗੱਲ ਆਉਂਦੀ ਹੈ, ਪੰਜਾਬ ਦੇ ਖੋਰਾ ਲੱਗਣ ਦੀ ਗੱਲ ਆਉਂਦੀ ਹੈ, ਉਦੋਂ ਕਈ ਕਾਨੂੰਨ ਨਿਕਲ ਆਉਂਦੇ ਨੇ ਪੰਜਾਬ ਦੇ ਖਿਲਾਫ, ਤੇ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ, ਮੈਂ ਸੁਣ ਰਿਹਾ ਸੀ ਕੱਲ ਬੀਬੀ ਹਰਸਿਮਰਤ ਕੌਰ ਬਾਦਲ ਦਾ ਭਾਸ਼ਣ ਪਾਰਲੀਮੈਂਟ 'ਚ ਕਿ 27 ਸਾਲ ਹੋ ਗਏ ਸਾਡੇ ਕਈ ਸਿੱਖ ਕੈਦੀਆਂ ਨੂੰ, 25 ਸਾਲ ਹੋ ਗਏ ਨਾ ਕਈਆਂ ਨੂੰ ਪੈਰੋਲ ਮਿਲੇ, ਨਾ ਸਜ਼ਾ ਕੱਟਣ ਤੋਂ ਬਾਅਦ ਰਿਹਾਈਆਂ ਮਿਲੀਆਂ। ਗੁਰਪੁਰਬ ਤੇ ਮੋਦੀ ਸਾਹਿਬ ਨੇ ਸਿੱਖ ਬੰਦੀਆਂ ਦੀ ਰਿਹਾਈ ਦੇ ਹੁਕਮ ਦਿੱਤੇ ਸੀ, ਉਹਦੇ ਚੋਂ ਵੀ ਭੁੱਲਰ ਹਜੇ ਤੱਕ ਰਿਹਾ ਨਹੀਂ ਹੋਇਆ। ਸੋ ਗੱਲ ਇਹ ਹੈ ਕਿ ਜਿਹੜੇ ਗੈਰ ਸਿੱਖ ਕੈਦੀ ਨੇ ਦੇਸ਼ ਦੇ ਦੂਜੇ ਹਿੱਸਿਆਂ 'ਚ, ਇਹ ਮੈਨੂੰ ਕਹਿਣਾ ਪੈ ਰਿਹਾ ਕਿਉਂਕਿ ਇਹ ਸੱਚ ਹੈ, ਉਹਨਾਂ ਨੂੰ ਉਮਰ ਕੈਦਾਂ ਤੋਂ ਬਾਅਦ ਰਿਹਾਈਆਂ ਉਹ ਆਪਣੇ ਘਰਾਂ 'ਚ ਨੇ, ਤੇ ਭੁੱਲਰ ਵਰਗੇ ਜਿਹੜੇ ਮਾਨਸਿਕ ਤੌਰ ਤੇ ਸਹੀ ਨਹੀਂ ਹੈ, ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ, ਸਾਡੀ ਸੁਪਰੀਮ ਕੋਰਟ ਨੇ ਕਿਹਾ ਵੀ ਫਾਂਸੀ ਨਹੀਂ ਦੇਣੀ ਭਾਈ, ਉਮਰ ਕੈਦ ਦੀ ਸਜ਼ਾ, ਤੇ ਸਰਕਾਰਾਂ ਕਹਿੰਦੀਆਂ ਅਸੀਂ ਰਿਹਾ ਕਰਦੇ ਹਾਂ ਕੇਂਦਰ ਵਾਲੀਆਂ, ਫਿਰ ਵੀ ਹਜੇ ਤੱਕ ਮਾਮਲਾ ਅੜਿਆ ਪਿਆ। ਸੋ ਮੇਰੇ ਕਹਿਣ ਦਾ ਮਤਲਬ ਹੈ ਜਦੋਂ ਗੱਲ ਕਾਨੂੰਨ ਦੀ ਆਉਂਦੀ ਹੈ ਤਾਂ ਪੰਜਾਬ ਲਈ ਕਾਨੂੰਨ ਦਾ ਹਵਾਲਾ ਦੇ ਦਿੱਤਾ ਜਾਂਦਾ ਹੈ, ਤੇ ਜਦੋਂ ਪੰਜਾਬ ਦਾ ਕੋਈ ਹੱਕ ਖੋਣਾ ਹੋਵੇ ਤੇ ਫਿਰ ਅਸੀਂ ਰਿਪੇਰੀਅਨ ਸਟੇਟ ਆ, ਇਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਵੀ ਭਾਈ ਪਾਣੀ ਤੇ ਪੰਜਾਬ ਦਾ ਹੀ ਹੱਕ ਹੈ। ਸੋ ਇਸ ਕਰਕੇ ਜਿਹੜਾ ਅੱਜ ਮਤਾ ਹੈ ਮਨਪ੍ਰੀਤ ਜੀ SYL ਦੇ ਉੱਤੇ, ਹਰਿਆਣਾ ਪਾਸ ਕਰਦਾ ਹੈ ਕਿ ਸਾਨੂੰ SYL ਦਾ ਪਾਣੀ ਦਿੱਤਾ ਜਾਵੇ। ਜਿਵੇਂ ਨਵਜੋਤ ਸਿੰਘ ਸਿੱਧੂ ਦਾ ਟਵੀਟ ਵੀ ਆ ਗਿਆ ਕਿ ਹੁਣ ਸਿਆਸਤ SYL ਦੇ ਉੱਤੇ ਫੇਰ ਹੋਏਗੀ, ਕਿ ਫੇਰ ਸਾਡੇ ਸਾਰੇ ਲੀਡਰਾਂ ਦੀ ਜਵਾਬਦੇਹੀ ਬਣੇਗੀ ਵੀ ਭਾਈ ਤੁਸੀਂ ਕਿਵੇਂ ਸੋਚਦੇ ਹੋ, ਖਾਸ ਤੌਰ ਤੇ ਆਪ ਲਈ ਚੁਣੌਤੀ ਵਾਲਾ ਸਮਾਂ ਆਏਗਾ। ਦੇਖੋ ਮੈਨੂੰ ਇਹ ਲੱਗਦਾ ਡੱਲਾ ਜੀ ਕਿ ਇਹ ਜੇ ਸਾਰੇ ਮੁੱਦੇ ਤੁਸੀਂ ਦੇਖੋ, ਪਾਣੀਆਂ ਦਾ ਮੁੱਦਾ, SYL ਦਾ ਮੁੱਦਾ, ਇਹ ਇੱਕ ਵੱਖਰਾ ਮੁੱਦਾ, ਚੰਡੀਗੜ੍ਹ ਨੂੰ ਟਰਾਂਸਫਰ ਕਰਨ ਦਾ ਪੰਜਾਬ ਨੂੰ, ਜਾਂ ਜਿਹੜਾ 60-40 ਦੀ ਜਿਹੜੀ ਰੇਸ਼ੋ ਦੇ ਨਾਲ ਡਿਵੀਜ਼ਨਸ ਹੋਈਆਂ ਸੀ, ਉਹ ਇੱਕ ਵੱਖਰਾ ਮੁੱਦਾ। ਜੇ ਕੋਈ ਪੰਜਾਬੀ ਬੋਲਦੇ ਜਾਂ ਹਿੰਦੀ ਬੋਲਦੇ ਇਲਾਕੇ ਨੇ, ਚਾਹੇ ਹਰਿਆਣਾ ਨੂੰ ਜਾਣੇ ਨੇ ਚਾਹੇ ਪੰਜਾਬ ਨੂੰ ਜਾਣੇ ਨੇ, ਇਹ ਇੱਕ ਵੱਖਰਾ ਮੁੱਦਾ। ਇਹ ਸਾਰੇ ਵੱਖਰੇ ਵੱਖਰੇ ਮੁੱਦੇ ਆ, ਲੇਕਿਨ ਇਹਨਾਂ ਨੂੰ ਜਾਣਬੁੱਝ ਕੇ ਉਲਝਾਇਆ ਜਾ ਰਿਹਾ। ਜਦੋਂ ਤੁਸੀਂ ਦੇਖੋ ਹਿਮਾਚਲ ਦੇ ਵਿੱਚ ਕਿਸ ਦੀ ਸਰਕਾਰ ਆ? ਭਾਜਪਾ ਦੀ ਸਰਕਾਰ ਆ। ਹਰਿਆਣੇ ਦੇ ਵਿੱਚ ਕਿਸ ਦੀ ਸਰਕਾਰ ਆ? ਭਾਜਪਾ ਦੀ ਸਰਕਾਰ ਆ। ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਆ। ਔਰ ਜਦੋਂ ਇੰਨੇ ਵੱਡੇ ਬਹੁਮਤ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ ਬੀਜੇਪੀ ਲਗਭਗ ਹਾਸ਼ੀਏ ਤੇ ਚਲੀ ਜਾਂਦੀ ਹੈ, ਤਾਂ ਤੁਹਾਨੂੰ ਲੱਗਦਾ ਕਿ ਬੀਜੇਪੀ ਨੂੰ ਬਹੁਤ ਚੰਗਾ ਲੱਗ ਰਿਹਾ ਹੋਏਗਾ ਜਾਂ ਉਹ ਇਹਨੂੰ ਬਰਦਾਸ਼ਤ ਕਰ ਪਾ ਰਹੀ ਹੋਏਗੀ? ਸੋ ਔਰ ਖਾਸ ਤੌਰ ਤੇ ਜਦੋਂ ਤੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਤਾਕਤ ਮਿਲੀ ਆ, ਔਰ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਹਿਮਾਚਲ ਪ੍ਰਦੇਸ਼ ਦੇ ਵਿੱਚ, ਗੁਜਰਾਤ ਦੇ ਵਿੱਚ, ਹਰਿਆਣੇ ਦੇ ਵਿੱਚ ਬਿਗੁਲ ਵਜਾਤਾ, ਤੇ ਇਸ ਨਾਲ ਭਾਜਪਾ ਦੇ ਅੰਦਰ ਵੀ ਭਾਜੜਾਂ ਪਈਆਂ ਨੇ। ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਵਿਅਕਤੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੁਣ ਆਮ ਆਦਮੀ ਪਾਰਟੀ ਸ਼ਾਮਲ, ਦੇਖੋ ਇੱਕ ਰਾਜਨੀਤੀ ਜਿਹੜੀ ਚਲਾਈ ਜਾ ਰਹੀ ਆ। ਗੱਲ ਮਤਾ ਕਿਸ ਚੀਜ਼ ਦਾ ਪਾਸ ਹੋਇਆ ਸੀ? ਚੰਡੀਗੜ੍ਹ ਨੂੰ ਪੰਜਾਬ ਦੇਣ ਦਾ। ਗੱਲ ਕਿੱਥੇ ਤੋਰ ਲਈ? SYL ਦੀ, ਸਤਲੁਜ ਯਮੁਨਾ ਲਿੰਕ ਨਾਲ ਦੀ। ਜਾਂ ਹਰਿਆਣਾ ਗੱਲ ਕਰ ਰਿਹਾ ਸੀ ਕਿ ਸਾਡੇ ਤਾਂ 40 ਤੋਂ 400 ਪਿੰਡ ਆ ਜਿਹੜੇ ਹਿੰਦੀ ਸਪੀਕਿੰਗ ਏਰੀਆਜ਼, ਉਹ ਸਾਨੂੰ ਵਾਪਸ ਕਰ ਦਿਓ ਜੀ। ਡੱਲਾ ਜੀ ਤੁਸੀਂ ਪੰਜਾਬ 'ਚ ਰਹਿੰਦੇ ਹੋ, ਪੰਜਾਬ ਦੀ ਰਾਜਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਬੜਾ ਵੱਡਾ ਤੁਹਾਡਾ ਤਜਰਬਾ। ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ? ਖੈਰ ਮੈਨੂੰ ਤਾਂ ਨਹੀਂ ਪਤਾ, ਹੋ ਸਕਦਾ ਇਸ ਤਰ੍ਹਾਂ ਦਾ ਕੋਈ ਪਿੰਡ ਹੋਵੇ, ਲੇਕਿਨ ਮਸਲੇ ਨੂੰ
ਸੁਲਝਾਉਣਾ ਨਹੀਂ। ਆ ਜਿਹੜਾ ਹਿਮਾਚਲ ਦੀ ਤੁਸੀਂ ਗੱਲ ਦੱਸ ਰਹੇ ਹੋ ਕਿ ਉਹ ਕਹਿੰਦੇ ਪਾਣੀ ਸਿੱਧਾ ਸਾਡੇ ਤੋਂ ਲੈ ਲਓ, ਤੁਹਾਨੂੰ SYL ਬਣਾਉਣ ਦੀ ਲੋੜ ਹੀ ਨਹੀਂ, ਫਿਰ ਮਸਲੇ ਨੂੰ ਇਹ ਪਾਣੀ ਆਉਣਾ ਕਿੱਥੋਂ ਆ? ਤੁਸੀਂ ਰਾਈਪੇਰੀਅਨ ਸਟੇਟ ਦੀ ਗੱਲ ਕੀਤੀ, ਕਈ ਵਾਰੀ ਸਾਡੇ ਪੰਜਾਬ ਦੇ ਵਿੱਚ ਪੋਲੀਟੀਸ਼ੀਅਨਸ ਨੇ ਗੱਲ ਕੀਤੀ ਆ ਕਿ ਜੇ ਸਾਡੀ ਰਾਈਪੇਰੀਅਨ ਸਟੇਟ ਦਾ ਤੁਸੀਂ ਪਾਣੀ ਤਾਂ ਸਾਡੇ ਕੋਲ ਪਹਿਲੇ ਹੈ ਨਹੀਂ, ਇਹ ਕੈਲਕੂਲੇਟ ਕਰਕੇ ਕਈ ਵਾਰੀ ਮਾਹਰਾਂ ਨੇ ਦੱਸਿਆ ਵੀ ਹੈ, ਤੇ ਫਿਰ ਤੁਸੀਂ ਰਾਇਲਟੀ ਦਿੰਦੇ ਹੋ, ਦਿੱਲੀ ਰਾਇਲਟੀ ਦਿੰਦੀ ਹੈ ਜਾਂ ਹਰਿਆਣਾ ਰਾਇਲਟੀ ਦਿੰਦੀ ਹੈ, ਇਸ ਤਰ੍ਹਾਂ ਦੀਆਂ ਵੀ ਗੱਲਾਂ ਹੋਈਆਂ। ਪਰ ਪੰਜਾਬ ਨੇ ਉਧਰ ਨੂੰ ਗੱਲ ਨਹੀਂ ਤੋਰੀ। ਉਹ ਕਹਿੰਦੇ ਪਹਿਲਾਂ ਕੈਪੀਟਲ ਦੀ ਗੱਲ ਹੈ, ਜਿਹੜੀ ਚੰਡੀਗੜ੍ਹ ਦੀ ਗੱਲ ਹੈ, ਜਿੱਥੇ ਤੁਸੀਂ ਆਪਣੇ ਅਧਿਕਾਰ ਖੇਤਰ ਜਿਹੜਾ ਉਹ ਲਗਾਤਾਰ ਵਧਾ ਰਹੇ ਹੋ ਔਰ ਪੰਜਾਬ ਦਾ ਜਿਹੜਾ ਅਧਿਕਾਰ ਆ ਉਸ ਨੂੰ ਖਤਮ ਕਰ ਰਹੇ ਹੋ, ਗੱਲ ਤਾਂ ਪਹਿਲਾਂ ਇਸ ਤੇ ਆਉਣੀ ਹੈ। ਲੇਕਿਨ ਮਸਲਾ ਕਿਸੇ ਹੋਰ ਪਾਸੇ ਨੂੰ ਤੋਰ ਲਿਆ ਜਾਂਦਾ। ਜਿਹੜੇ ਜਜ਼ਬਾਤਾਂ ਦੇ ਮੁੱਦੇ ਆ, ਦੇਖੋ ਕੱਲਾ ਪਾਣੀ ਕੱਲਾ ਟੈਕਨੀਕਲ ਮੁੱਦਾ ਨਹੀਂ ਆ, ਉਹਦੇ ਨਾਲ ਪੰਜਾਬ ਦੇ ਜਜ਼ਬਾਤ ਵੀ ਜੁੜੇ ਆ। ਤੁਹਾਨੂੰ ਵੀ ਪਤਾ SYL ਦਾ ਮੁੱਦਾ ਕਿੰਨਾ ਵੇਲਿਆਂ ਤੋਂ ਉੱਭਰਿਆ ਹੋਇਆ ਔਰ ਇਸ ਉੱਤੇ ਕਈ ਲੋਕਾਂ ਦੀਆਂ ਜਾਨਾਂ ਤੱਕ ਵੀ ਗਈਆਂ, ਇਹ ਵੀ ਆਪਾਂ ਨੂੰ ਪਤਾ, ਕਿੰਨੇ ਮੋਰਚੇ ਲੱਗੇ ਆ। ਜੇ ਇਸ ਗੱਲ ਨੂੰ ਸੁਲਝਾਉਣਾ ਹੋਵੇ ਉਹ ਤਾਂ ਠੀਕ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੰਨ 2004 ਦੇ ਵਿੱਚ ਵਾਟਰ ਟਰਮੀਨੇਸ਼ਨ ਐਕਟ ਲੈ ਆਂਦਾ, ਡੱਲਾ ਜੀ ਆਪਾਂ ਨੂੰ ਵੀ ਪਤਾ, ਹਾਲਾਂਕਿ ਉਹ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਆ, ਇਹ ਵੀ ਗੱਲ ਇੱਕ ਆਪਣੇ ਆਪ ਦੇ ਵਿੱਚ ਮੁੱਦਾ। ਲੇਕਿਨ ਇਹ ਮਸਲੇ ਸੁਲਝਾਏ ਜਾ ਸਕਦਾ ਜੇ ਇਹਨਾਂ ਨੂੰ ਵਾਰੀ-ਵਾਰੀ ਲਿਆ ਜਾਵੇ। ਦੋ ਟੈਂਪਰੇਰੀ ਡਿਸੀਜਨ ਵੱਡੇ ਹੋਏ ਨੇ। ਕੈਪਟਨ ਅਮਰਿੰਦਰ ਨੇ ਵਾਟਰ ਟਰਮੀਨੇਸ਼ਨ ਐਕਟ ਲਿਆਂਦਾ, ਭਾਵੇਂ ਸੁਪਰੀਮ ਕੋਰਟ ਨੇ ਉਹਨੂੰ ਇਲੀਗਲ ਕਰਾਰ ਦੇ ਕੇ ਰੱਦ ਕਰਤਾ, ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਨਹਿਰ ਵਾਪਸ ਮੋੜਤੀ। ਜ਼ਮੀਨ ਜਿਹੜੀ ਨਹਿਰ ਦੀ ਐਕਵਾਇਰ ਕੀਤੀ ਸੀ, ਕਿਉਂਕਿ 2016 ਦੀ ਉਹ ਅਸੈਂਬਲੀ ਮੈਂ ਬਹੁਤ ਨੇੜਿਓਂ ਦੇਖੀ, 2016 ਦੀ ਅਸੈਂਬਲੀ ਦਸੰਬਰ ਦੀ, ਉਹਦੇ 'ਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਨਹਿਰ ਵਾਪਸ ਮੋੜਦੇ ਹਾਂ, ਨਹਿਰ ਹੀ ਨਹੀਂ ਬਣ ਸਕਦੀ। ਹੁਣ ਦੇਖਿਆ ਜਾਵੇ ਤਾਂ ਨਹਿਰ ਦੀਆਂ ਜ਼ਮੀਨਾਂ ਤਾਂ ਰਾਤੋਂ ਰਾਤ DCਆਂ ਨੇ ਬਹਿ ਕੇ, ਪਟਵਾਰੀਆਂ ਨੇ ਬਹਿ ਕੇ, ਜਿਨ੍ਹਾਂ ਤੋਂ ਜ਼ਮੀਨ ਖਰੀਦੀ ਸੀ ਉਹਨਾਂ ਦੇ ਨਾਵਾਂ ਤੇ ਮੋੜ ਵੀ ਦਿੱਤੀਆਂ ਸੀ ਕਈਆਂ ਦੇ ਥਾਵਾਂ ਤੇ। ਸੋ ਹੁਣ ਜਦੋਂ ਸਤਲੁਜ ਨਹਿਰ ਉਸਾਰਨ ਦੀ ਗੱਲ ਆਉਣੀ ਹੈ, ਮੈਨੂੰ ਲੱਗਦਾ ਨਵੇਂ ਸਿਰੇ ਤੋਂ ਨਾ ਕਿਤੇ ਜ਼ਮੀਨ ਐਕਵਾਇਰ ਕਰਨੀ ਹੋਵੇ। ਪਰ ਇਹ ਵੀ ਗੱਲਾਂ ਆਈਆਂ ਸੀ ਕਿ ਸੁਪਰੀਮ ਕੋਰਟ ਨੇ ਸਟੇਟਸ ਕੋ ਕਰਤਾ ਕਿ ਕੁਝ ਨਹੀਂ ਅੱਗੇ ਹੋਊਗਾ। ਇਹ ਗੱਲ ਚਲੋ ਕਾਨੂੰਨੀ ਗੱਲਾਂ ਚੱਲ ਰਹੀਆਂ ਨੇ, ਅਸੀਂ ਹਰ ਚੀਜ਼ ਕਾਨੂੰਨੀ ਪਹਿਲੂ ਤੋਂ ਉਨੀ ਚੰਗੀ ਤਰ੍ਹਾਂ ਵਾਕਿਫ ਨਹੀਂ ਹੁੰਦੇ, ਕਿਉਂਕਿ ਗੱਲ ਕਾਨੂੰਨਾਂ ਦੇ ਨਿਚੋੜ ਦੇ ਨਤੀਜੇ ਦੇ ਰੂਪ ਦੇ ਵਿੱਚ ਵੀ ਅੱਗੇ ਵਧਦੀ ਹੈ। ਮੋਟੇ ਰੂਪ 'ਚ ਜਿਵੇਂ ਤੁਸੀਂ ਗੱਲ ਅੱਗੇ ਵਧਾ ਰਹੇ ਸੀ ਚੰਡੀਗੜ੍ਹ ਵਾਲੀ, ਉਹ ਠੀਕ ਹੈ ਕਿ ਚੰਡੀਗੜ੍ਹ ਮੂਲ ਮੁੱਦਾ ਹੈ ਕਿ ਉਹ ਸਾਡੇ ਪੰਜਾਬ ਦਾ, ਪੰਜਾਬ ਦੇ ਪਿੰਡਾਂ ਤੇ ਵਸਿਆ, ਔਰ ਦੂਜੀਆਂ ਸਟੇਟਾਂ, ਤੁਸੀਂ ਕੱਲ ਬੜੀਆਂ ਚੰਗੀਆਂ ਉਦਾਹਰਨਾਂ ਦਿੱਤੀਆਂ। ਬਹੁਤ ਸਾਰੇ ਲੋਕ ਦੋਸਤ ਜਿਨ੍ਹਾਂ ਨੂੰ ਨਹੀਂ ਸੀ ਪਤਾ, ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਉਹਨਾਂ ਨੇ ਮੈਨੂੰ ਧੰਨਵਾਦ ਕੀਤਾ ਕਿ ਤੁਸੀਂ, ਰੰਧਾਵਾ ਜੀ ਨੇ ਇੰਨੀ ਵਧੀਆ ਜਾਣਕਾਰੀ ਦਿੱਤੀ ਡੱਲਾ ਜੀ। ਸੋ ਉਹ ਸ਼ੁਕਰਗੁਜ਼ਾਰ ਹਾਂ, ਜ਼ਰੂਰ ਸਭ ਨੂੰ ਅਵੇਅਰ ਹੋਣਾ ਚਾਹੀਦਾ। ਤੁਸੀਂ ਵੀ ਦੱਸਿਆ ਕਿ 7 ਵਾਰ ਪਹਿਲਾਂ ਵੀ ਮਤੇ ਪੈ ਗਏ, ਭਾਈ ਚੰਡੀਗੜ੍ਹ ਸਾਨੂੰ ਦੇ ਦਿਓ, ਉਹ 'ਚ ਬਾਦਲਾਂ ਨੇ ਵੀ ਮਤੇ ਪਾਏ। ਹੁਣ ਸਵਾਲ ਇਹ ਹੈ, ਅੱਜ ਦਾ ਜਿਹੜਾ ਸੈਸ਼ਨ ਹੈ ਮਨੋਹਰ ਲਾਲ ਹੁੱਡਾ ਹੋਣਾ ਦਾ, ਅਗਰ ਉਹ ਇਹ ਦੋਵੇਂ ਮਸਲੇ ਪਾਸ ਕਰ ਦਿੰਦੇ ਨੇ, ਮੈਨੂੰ ਤਾਂ ਲੱਗਦਾ ਹੈ ਹਿੰਦੀ ਬੋਲਦੇ ਇਲਾਕਿਆਂ ਦੀ ਮੰਗ ਵੀ ਉਹਨਾਂ ਨੇ ਮਤੇ ਦੇ ਰੂਪ 'ਚ ਕਰ ਦੇਣੀ ਹੈ, ਚੰਡੀਗੜ੍ਹ ਵੀ ਉਹਨਾਂ ਨੇ ਕਹਿ ਦੇਣਾ ਕਿ ਸਾਡਾ ਵੀ ਹਿੱਸਾ ਹੈ, ਔਰ ਉਹਨਾਂ ਨੇ ਇਹ ਵੀ ਕਹਿ ਦੇਣਾ ਕਿ SYL ਦਾ ਪਾਣੀ ਵੀ ਸਾਨੂੰ ਦਿਓ। ਅਗਰ ਇਹ ਮਤੇ ਵੀ ਪਾਸ ਹੋ ਜਾਂਦੇ ਨੇ ਰੰਧਾਵਾ ਜੀ, ਫਿਰ ਹੋਣਾ ਕੀ ਹੈ? ਕੀ ਸਿਆਸਤ ਹੋਊਗੀ? ਕੋਈ ਨਵੀਂ ਤਰ੍ਹਾਂ ਦੀ ਸਿਆਸਤ? ਹਰਿਆਣੇ ਦੀਆਂ ਵੀ ਚੋਣਾਂ ਨੇ, ਹਿਮਾਚਲ ਦੀਆਂ ਵੀ ਚੋਣਾਂ ਨੇ, ਗੁਜਰਾਤ ਦੀਆਂ ਵੀ ਚੋਣਾਂ ਨੇ। ਕਿਤੇ ਬੀਜੇਪੀ ਹੁਣ ਇਸ ਗੱਲ ਦਾ ਦੁੱਖ ਤਾਂ ਨਹੀਂ ਮਨਾ ਰਹੀ ਹੋਣੀ ਕਿ ਚੰਗੀ ਪੰਜਾਬ 'ਚ ਕਾਂਗਰਸ ਹਾਰੀ, ਇਹ ਆਮ ਆਦਮੀ ਪਾਰਟੀ ਵਾਲੇ ਤਾਂ ਹਰਿਆਣਾ, ਹਿਮਾਚਲ, ਗੁਜਰਾਤ ਵੱਲ ਨੂੰ ਸਿੱਧਾ ਹੀ ਤੁਰ ਪਏ। ਕਿਤੇ ਦੁੱਖ ਹੋਵੇ ਅੰਦਰ ਖਾਦੇ ਬੀਜੇਪੀ ਨੂੰ ਵੀ ਇਹਦੇ ਨਾਲੋਂ ਤਾਂ ਕਾਂਗਰਸ ਹੀ ਤੁਰੀ ਰਹਿੰਦੀ। ਬਿਲਕੁਲ, ਦੇਖੋ ਬੀਜੇਪੀ ਤਾਂ ਚਾਹੁੰਦੀ ਸੀ ਕਿ ਭਾਰਤ ਜਿਹੜਾ ਕਾਂਗਰਸ ਜਿਹੜਾ ਮੁਕਤ ਹੋ ਜਾਏ, ਤੇ ਲਗਭਗ ਉਹਨਾਂ ਨੂੰ ਮੁਕਤ ਹੁੰਦਾ ਨਜ਼ਰ ਆ ਰਿਹਾ। ਪਰ ਦੂਸਰੇ ਪਾਸੇ ਜਿਹੜਾ ਹਮਲਾ ਉਹਨਾਂ ਤੇ ਵਾਪਸੀ ਹਮਲਾ ਹੋ ਰਿਹਾ, ਉਹ ਆਮ ਆਦਮੀ ਪਾਰਟੀ ਵੱਲ ਹੋ ਰਿਹਾ। ਮੈਂ ਗੱਲ ਤੁਹਾਡੀ ਕੱਟ ਰਿਹਾ, ਕਾਂਗਰਸ ਮੁਕਤ ਭਾਵੇਂ ਹੋ ਰਿਹਾ, ਪਰ ਸਾਰੀ ਕਾਂਗਰਸ ਤਾਂ ਆਪ ਵਾਲੇ ਪਾਸੇ ਜਾਈ ਜਾਂਦੀ। ਕਿਤੇ ਲੋਕ ਇਹੀ ਤਾਂ ਨਹੀਂ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ। ਤੁਸੀਂ ਦੇਖੋ, ਮੈਨੂੰ ਅੱਜ ਗੱਲ ਯਾਦ ਆ ਰਹੀ ਸੀ ਡੱਲਾ ਜੀ, ਆਪਾਂ ਜਦੋਂ ਗੈਰ ਰਸਮੀ ਤੌਰ ਤੇ ਗੱਲ ਕਰ ਰਹੇ ਸੀ, ਤੇ ਮੈਨੂੰ ਯਾਦ ਆ ਤੁਸੀਂ ਗੱਲ ਕਰ ਰਹੇ ਸੀ ਉਹਨਾਂ ਰਾਜ ਸਭਾ ਦੇ ਮੈਂਬਰਸ, ਜਿਹੜੇ ਰਾਜ ਸਭਾ ਦੇ ਮੈਂਬਰ ਤਾਜ਼ੇ ਹੁਣੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਨੋਮੀਨੇਟ ਹੋ ਕੇ ਗਏ ਆ, ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਸੀ। ਔਰ ਵਾਕਿਆ ਤੁਹਾਡੀ ਗੱਲ ਬਿਲਕੁਲ ਠੀਕ ਆ, ਸਾਨੂੰ ਹਜੇ ਤੱਕ ਇਹ 50 ਜਿਹੜੇ ਰਾਜ ਸਭਾ ਦੇ ਮੈਂਬਰਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਉੱਤੇ ਇਸ ਮਸਲੇ ਨੂੰ ਸ਼ਿੱਦਤ ਨਾਲ ਉਠਾਉਣ ਵਾਲੀ ਕੋਈ ਸਾਨੂੰ ਉਦਾਹਰਨ ਜਾਂ ਐਗਜ਼ਾਮਪਲ ਹਜੇ ਤੱਕ ਨਜ਼ਰ ਨਹੀਂ ਆਈ। ਜਦੋਂ ਅਸੀਂ ਗੱਲਾਂ ਕਰਦੇ ਸੀ ਡੱਲਾ ਜੀ, ਔਰ ਤੁਸੀਂ ਵੀ ਦੱਸਿਆ ਸੀ, ਜਦੋਂ ਅਸੀਂ ਚਾਹੇ ਇਹ ਸੰਦੀਪ ਪਾਠਕ ਸੀ, ਚਾਹੇ ਰਾਕਬ ਚੱਡਾ ਸੀ, ਚਾਹੇ ਹਰਭਜਨ ਸਿੰਘ ਜਿਹੜੇ ਕ੍ਰਿਕਟਰ ਆ ਉਹ ਸੀ, ਅਸ਼ੋਕ ਮਿੱਤਲ ਸੀ,
ਸੰਜੀਵ ਅਰੋੜਾ, ਇਹ ਕਿੱਥੇ ਗਏ? ਦਿੱਲੀ ਦੇ ਰਾਜ ਸਭਾ ਦੇ ਮੈਂਬਰ, ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ, ਜਿਸ ਤਰ੍ਹਾਂ ਉਹਨਾਂ ਨੇ ਸੁਸ਼ੀਲ ਕੁਮਾਰ ਗੁਪਤਾ, ਤੁਹਾਨੂੰ ਪਤਾ ਹੀ ਹੈ ਕਿ ਉਹ ਅੱਜ ਕੱਲ ਹਰਿਆਣੇ ਉਹਨਾਂ ਨੂੰ ਭੇਜਿਆ ਕਿ ਜਾ ਕੇ ਹਰਿਆਣਾ ਪਾਰਟੀ ਦੇ ਹਰਿਆਣੇ ਨੂੰ ਇਕੱਠੀ ਕਰੋ। ਉਹ ਤਾਂ ਜਾ ਕੇ ਕਹਿੰਦੇ ਨੇ ਕਿ ਜਿਹੜਾ ਚੰਡੀਗੜ੍ਹ ਆ ਉਹ ਤਾਂ ਹਰਿਆਣੇ ਦਾ, ਤੇ ਉਹ ਬੜਾ ਇੱਕ ਵੱਖਰਾ ਸੁਝਾਅ ਦਿੰਦੇ ਆ। ਉਹ ਕਹਿੰਦੇ ਇਸ ਤਰ੍ਹਾਂ ਕਰੋ, ਪਹਿਲਾਂ ਤਾਂ ਇਸ ਚੰਡੀਗੜ੍ਹ ਨੂੰ ਵੰਡ ਦਿਓ। ਪਹਿਲਾਂ ਤਾਂ ਵੰਡਣਾ ਹੀ ਦੱਸੋ ਕਿੰਨਾ ਔਖਾ, ਇਹ ਤਾਂ ਪਹਿਲਾਂ ਵੀ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਜਿਹੜਾ ਇਹ ਹੈਰੀਟੇਜ ਸਿਟੀ ਹੈ ਇਹਨੂੰ ਵੰਡਿਆ ਨਹੀਂ ਜਾ ਸਕਦਾ। ਦੂਸਰੀ ਗੱਲ ਉਹ ਕਹਿੰਦੇ ਆ ਬੜੀ ਹੈਰਾਨ ਕਰਨ ਵਾਲੀ, ਕਹਿੰਦੇ 20-20 ਹਜ਼ਾਰ ਕਰੋੜ ਰੁਪਈਆ ਪੰਜਾਬ ਨੂੰ ਵੀ ਦੇ ਦਿਓ ਤੇ ਹਰਿਆਣੇ ਨੂੰ ਵੀ ਦੇ ਦਿਓ, ਆਪਣੀ ਆਪਣੀ ਕੈਪੀਟਲ ਜਾਂ ਆਪਣੀ ਜਿਹੜੀ ਰਾਜਧਾਨੀ ਵਸਾ ਲੈਣ। ਇਹ ਠੀਕ ਆ, ਇਹਨਾਂ ਦਾ ਤਰਕ ਆ, ਵਿਤਰਕ ਆ, ਇਹ ਕਿੰਨਾ ਕੁ ਜਿਹੜਾ ਹੈ ਉਹ ਠੀਕ ਆ। ਲੇਕਿਨ ਜਿਹੜੇ ਸਾਡੇ ਰਾਜ ਸਭਾ ਦੇ ਮੈਂਬਰ ਆ, ਸਾਡੇ ਪੰਜਾਬ ਰਾਜ ਸਭਾ ਦੇ ਮੈਂਬਰ ਆ, ਉਹ ਸਾਨੂੰ ਇਸ ਤਰ੍ਹਾਂ ਦੀਆਂ, ਜਿਵੇਂ ਰਾਘਵ ਚੱਡਾ, ਤੁਹਾਨੂੰ ਯਾਦ ਹੋਣਾ ਲਗਭਗ ਜੇ ਔਸਤਨ ਹਰ ਰੋਜ਼ ਇੱਕ ਪ੍ਰੈਸ ਕਾਨਫਰੰਸ ਕਰਦੇ ਸੀ ਚੋਣਾਂ ਤੋਂ ਪਹਿਲਾਂ, ਔਰ ਕਈ ਵਾਰੀ ਲੱਗਦਾ ਸੀ ਕਿ ਭਗਵੰਤ ਮਾਨ ਹੁਣੀ ਇੰਨੀਆਂ ਪ੍ਰੈਸ ਕਾਨਫਰੰਸਿਸ ਕਿਉਂ ਨਹੀਂ ਕਰਦੇ, ਉਦੋਂ ਬੜੀਆਂ ਕਰਦੇ ਸੀ ਕਿ ਰਾਘਵ ਚੱਡਾ। ਲੇਕਿਨ ਹੁਣ ਉਹ ਕਿਤੇ ਨਜ਼ਰ ਨਹੀਂ ਆਏ, ਬਲਕਿ ਜਦੋਂ ਨਜ਼ਰ ਵੀ ਆਏ ਨੇ ਪਿਛਲੇ ਦਿਨਾਂ ਵਿੱਚ ਟੀਵੀ ਚੈਨਲਸ ਦੇ ਉੱਤੇ, ਤੇ ਸ਼ਾਇਦ ਉਹ ਰੈਂਪ ਵਾਕ ਕਰਦੇ ਹੋਏ ਨਜ਼ਰ ਆਏ। ਉਸ ਤੋਂ ਬਾਅਦ ਤੁਹਾਨੂੰ ਪਤਾ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਆਈਆਂ, ਪਰ ਅਸੀਂ ਉਸ ਗੱਲ ਤੇ ਨਹੀਂ ਜਾਂਦੇ। ਪਰ ਅਸੀਂ ਚਾਹੁੰਦੇ ਹਾਂ ਕਿ ਇੱਕ ਜਿਹੜਾ ਚੰਡੀਗੜ੍ਹ ਦਾ ਮਸਲਾ, ਪਾਣੀਆਂ ਦਾ ਮਸਲਾ, ਜਾਂ ਕੋਈ ਵੀ ਜਿਹੜੇ ਇਸ ਤਰ੍ਹਾਂ ਦੇ ਸੂਬਿਆਂ ਦੇ ਮਸਲੇ ਨੇ, ਬੜੇ ਸੀਰੀਅਸ ਮਸਲੇ ਨੇ, ਤੇ ਇਹਨਾਂ ਲੋਕਾਂ ਨੂੰ ਉਠਾਉਣੇ ਚਾਹੀਦੇ ਨੇ। ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੁੰਦੀਆਂ, ਤੇ ਫਿਰ ਜਿਹੜੇ ਸਵਾਲ ਆ, ਫਿਰ ਮੈਂ ਵਾਪਸ ਤੁਹਾਡੀ ਉਸ ਗੱਲ ਤੇ ਆਉਣਾ, ਫਿਰ ਲੋਕੀ ਕਹਿੰਦੇ ਆ ਕਿ ਟਾਈਮ ਬੜਾ ਥੋੜਾ, ਲੇਕਿਨ ਮੈਨੂੰ ਲੱਗਦਾ ਸਵਾਲ ਤਾਂ ਪੈਦਾ ਹੋਣਗੇ, ਕਿਉਂਕਿ ਸਮਾਂ ਬਹੁਤ ਲੰਘ ਗਿਆ। 75 ਸਾਲ ਲੰਘ ਗਏ ਨੇ ਗੱਲਾਂ ਜੀ, ਇਹਨਾਂ ਮੁੱਦਿਆਂ ਨੂੰ ਜਿਹੜਾ ਉਸੇ ਦੇ ਉਸੇ ਜਿਉਂ ਦੇ ਤਿਉਂ ਖੜੇ ਨੇ, ਇਹਨਾਂ ਮਸਲਿਆਂ ਦਾ ਕੋਈ ਹੱਲ ਨਹੀਂ ਹੋਇਆ। ਇਸੇ ਕਰਕੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਦੂਰ ਕੀਤਾ। ਤੇ ਜੇ ਹੁਣ ਆਮ ਆਦਮੀ ਪਾਰਟੀ, ਚਾਹੇ ਉਹਨਾਂ ਨੂੰ ਵਕਤ ਘੱਟ ਆ, ਪਰ ਜਿਹੜੇ ਮਸਲੇ ਆ ਉਹ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਆ ਇੱਕ ਭਿਆਨਕ ਰੂਪ ਦੇ ਵਿੱਚ ਸਿਰ ਤੇ ਖੜੇ ਆ, ਉਹਨਾਂ ਤੋਂ ਆਪਾਂ ਭੱਜ ਨਹੀਂ ਸਕਦੇ। ਇਹ ਨਹੀਂ ਕਹਿ ਸਕਦੇ ਕਿ ਅਸੀਂ ਬਾਕੀ ਸਟੇਟਸ ਦੇ ਵਿੱਚ, ਸੂਬਿਆਂ ਦੇ ਵਿੱਚ ਫੈਲਾਅ ਕਰਨਾ। ਸੋ ਇਸ ਕਰਕੇ ਮੇਰਾ ਮੰਨਣਾ ਕਿ ਸਮਾਂ ਜਿਹੜਾ ਹੈਗਾ ਸਾਡੇ ਕੋਲ ਥੋੜਾ ਬਹੁਤ ਨਹੀਂ ਹੈ, ਸਮਾਂ ਬਹੁਤ ਕਰੂਸ਼ਲ ਆ। ਇਸ ਦਾ ਜਿਹੜਾ ਸਦਉਪਯੋਗ ਕਰਨਾ ਉਹ ਬਹੁਤ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ ਹੈ। ਬਾਕੀ ਦੇਖਦੇ ਹਾਂ ਆਉਂਦੇ ਦਿਨਾਂ 'ਚ ਜਦੋਂ ਅੱਜ SYL ਦੇ ਉੱਤੇ ਪਾਣੀਆਂ ਤੇ ਮਤੇ ਪਾਸ ਕਰਦਾ ਹਰਿਆਣਾ, ਤਾਂ ਫਿਰ ਕੇਜਰੀਵਾਲ ਸਾਹਿਬ ਦਾ ਰੁਖ ਕੀ ਹੈ? ਕਿਉਂਕਿ ਕੇਜਰੀਵਾਲ ਸਾਹਿਬ ਮੇਰਾ ਖਿਆਲ ਹੈ ਮੂਲ ਰੂਪ 'ਚ ਹਰਿਆਣਾ ਦੇ ਨੇ। ਜੀ ਜੀ ਬਿਲਕੁਲ, ਹਾਂ, ਉਹ ਮੂਲ ਰੂਪ 'ਚ ਹਰਿਆਣਾ ਦੇ ਨੇ, ਪਰ ਪੰਜਾਬੀਆਂ ਨੇ ਉਹਨਾਂ ਨੂੰ ਆਪਣਾ ਮੰਨ ਕੇ ਵੋਟ ਪਾਈ ਆ ਵੀ ਕੇਜਰੀਵਾਲ ਸਾਡੇ ਆ। ਹੁਣ ਇੱਕ ਸਾਂਝਾ, ਕੇਜਰੀਵਾਲ ਹਰਿਆਣੇ ਦਾ ਵੀ ਹੈ, ਪੰਜਾਬ ਦਾ ਵੀ ਹੈ, ਹੁਣ ਇੱਕ ਸਾਂਝਾ ਲੀਡਰ ਇਸ ਮਸਲੇ ਨੂੰ ਕਿਵੇਂ ਨਿਬੇੜੂਗਾ? ਅਗਰ ਤਾਂ ਮੋਦੀ ਸਾਹਿਬ ਇਸ ਮਸਲੇ ਦਾ ਹੱਲ ਕਰ ਜਾਣ, ਹਰਿਆਣੇ ਨੂੰ ਵੀ ਮਨਜ਼ੂਰ ਹੋ ਜਾਏ, ਪੰਜਾਬ ਨੂੰ ਵੀ ਮਨਜ਼ੂਰ ਹੋਵੇ, ਗੱਲ ਸਮਝ ਆਉਂਦੀ ਹੈ। ਔਰ ਜਿਹੜੀ ਗੱਲ ਸੁਸ਼ੀਲ ਗੁਪਤਾ ਜੀ ਨੇ, ਜਿਹੜੇ ਉਹਨਾਂ ਦੇ ਰਾਜ ਸਭਾ ਮੈਂਬਰ ਵੀ ਨੇ, ਰਾਜ ਸਭਾ ਮੈਂਬਰ ਵੀ ਨੇ ਜੀ, ਰਾਜ ਸਭਾ ਮੈਂਬਰ ਹੈ ਉਹਨਾਂ ਦੀ, ਔਰ ਪ੍ਰਭਾਰੀ ਨੇ ਮੇਰੇ ਖਿਆਲ ਉੱਥੋਂ ਦੇ ਹਿਮਾਚਲ ਦੇ, ਹਰਿਆਣੇ ਦੇ, ਉਹ ਕਹਿੰਦੇ ਅੱਧਾ ਅੱਧਾ ਵੰਡ ਲਓ, ਚੰਡੀਗੜ੍ਹ ਅੱਧਾ ਹਰਿਆਣੇ ਨੂੰ ਦੇ ਦਿਓ, ਅੱਧਾ ਪੰਜਾਬ ਨੂੰ ਦੇ ਦਿਓ। ਦੇਖੋ, ਘਰਾਂ 'ਚ ਕੰਧਾਂ ਹੋਈਆਂ ਅਸੀਂ ਬਹੁਤ ਦੇਖੀਆਂ ਪੰਜਾਬ 'ਚ, ਪਿੰਡਾਂ 'ਚ ਗਰੀਬ ਕਿਸਾਨਾਂ ਦੇ ਘਰ 'ਚ ਜਦੋਂ ਕੰਧ ਹੋ ਜਾਂਦੀ, ਉਹਦਾ ਦਰਦ ਬਹੁਤ ਹੁੰਦਾ ਬਜ਼ੁਰਗਾਂ ਨੂੰ। ਬੱਚੇ ਭਾਵੇਂ ਅਲੱਗ-ਅਲੱਗ ਹੋ ਜਾਂਦੇ ਨੇ, ਬਜ਼ੁਰਗਾਂ ਨੂੰ ਦਰਦ ਹੁੰਦਾ ਵੀ ਦੇਖੋ ਸਾਡੇ ਜਿਉਂਦੇ ਜੀ ਕੰਧਾਂ ਨਿਕਲ ਗਈਆਂ। ਪਰ ਇਹ ਕੰਧਾਂ ਦਾ ਵੀ ਇੱਕ ਵੇਲਾ ਹੁੰਦਾ ਜਦੋਂ ਬੰਦਾ ਮਨ ਨੂੰ ਸਮਝਾ ਲੈਂਦਾ। ਹੁਣ ਜਦੋਂ ਜਦੋਂ ਪੰਜਾਬ ਦਾ ਪੁਨਰਗਠਨ ਕੀਤਾ ਗਿਆ ਸੀ, 1966 ਪੁਨਰਗਠਨ ਐਕਟ ਸੀ, ਜਦੋਂ ਆਬਾਦੀ ਨਹੀਂ ਸੀ ਬਣੀ, ਇੰਨੀ ਬਿਲਡਿੰਗਾਂ ਨਹੀਂ ਸੀ ਉਸਰੀਆਂ, ਉਦੋਂ ਗੱਲ ਇਹ ਸਮਝ ਆਉਂਦੀ ਸੀ ਵੀ ਚਲੋ ਜੇ ਤੁਸੀਂ ਚੰਡੀਗੜ੍ਹ 'ਚ ਕੰਧ ਕਢਾਉਣੀ ਹੈ ਤੇ ਭਾਈ ਕੌੜਾ ਘੁੱਟ ਭਰ ਲਾਂਗੇ, ਸਾਡੇ ਬਾਕੀ ਹੱਕ ਛੱਡ ਦਿਓ। ਪਰ ਅੱਜ ਉਹ ਸਥਿਤੀਆਂ ਨਹੀਂ ਹੈ। ਅੱਜ ਤੁਸੀਂ ਅਗਰ ਚੰਡੀਗੜ੍ਹ 'ਚ ਕੰਧ ਵੀ ਮਾਰ ਦਿਓਗੇ ਤੇ ਹਰਿਆਣੇ ਦੀ ਔਰ ਪੰਜਾਬ ਦੀ ਤਾਂ ਵਿਧਾਨ ਸਭਾ ਵੀ ਇੱਕੋ ਹੀ ਹੈ, ਕੀ ਕਰੋਗੇ? ਜੀ ਸੋ ਹੁਣ ਉਹ ਸਥਿਤੀ ਨਹੀਂ, ਉਹ ਚੁਟਕਲਿਆਂ 'ਚ ਕਹਿ ਸਕਦੇ ਹੋ ਵੀ ਚੰਡੀਗੜ੍ਹ ਜੇ ਢਹਿ ਜੂ, ਪਿੰਡਾਂ ਵਰਗਾ ਤਾਂ ਰਹਿ ਜੂ, ਪਰ ਚੰਡੀਗੜ੍ਹ ਢਹਿ ਨਹੀਂ ਸਕਦਾ। ਦਿੱਕਤ ਇਹ ਹੈ, ਉਹ ਸਾਡਾ ਦਿਲ ਹੈ। ਸੋ ਇਸ ਕਰਕੇ ਵੰਡ ਵਾਲੀ ਗੱਲ ਅੱਧਾ ਅੱਧਾ, ਮੈਨੂੰ ਲੱਗਦਾ ਇਹ ਕਿਸੇ ਨੇ ਪਰਵਾਹ ਨਹੀਂ ਕਰਨੀ। ਇਹ ਠੀਕ ਹੈ, ਉਹਨਾਂ ਨੇ ਆਪਣੀ ਭਾਸ਼ਾ ਰੱਖਤੀ। ਮੈਨੂੰ ਲੱਗਦਾ ਇਹੀ ਕਨਫਿਊਜ਼ਨ ਹੈ। ਆਮ ਆਦਮੀ ਪਾਰਟੀ ਦੇ ਲੀਡਰ ਇੱਕ ਪਾਸਾ ਨਹੀਂ ਕਰ ਰਹੇ ਜੀ। ਆਮ ਆਦਮੀ, ਦੇਖੋ, ਕਾਂਗਰਸ ਦੇ ਹਰਿਆਣੇ ਵਾਲੇ ਲੀਡਰ ਕਹਿੰਦੇ ਨੇ ਚੰਡੀਗੜ੍ਹ ਸਾਡਾ ਹੈ, ਉਹ ਗੱਲ ਸਮਝ ਆਉਂਦੀ ਹੈ। ਹੁਣ ਆਮ ਆਦਮੀ ਪਾਰਟੀ ਕਿਉਂਕਿ ਰਵਾਇਤੀ ਪਾਰਟੀ ਨਹੀਂ, ਕਹਿੰਦੇ ਅਸੀਂ ਸਿਆਸਤ ਬਦਲਣ ਆਏ ਹਾਂ। ਹੁਣ ਉਹਨਾਂ ਨੇ ਨਵੀਂ ਗੱਲ ਤੋਰਤੀ, ਕਹਿੰਦੇ ਅੱਧਾ ਅੱਧਾ ਕਰ ਦਿਓ। ਚਲੋ, ਪੰਜਾਬ ਪਹਿਲਾਂ ਹੀ ਕਿੰਨਾ ਵੰਡਿਆ ਜਾ ਚੁੱਕਿਆ, ਹੋਰ ਕਿੰਨਾ ਅਸੀਂ ਪੰਜਾਬ ਨੂੰ ਵੰਡਾਂਗੇ।
ਸੋ ਇਸ ਕਰਕੇ ਵੰਡ ਤੋਂ ਬੜਾ ਦੁੱਖ ਲੱਗਦਾ ਪੰਜਾਬ ਨੂੰ। ਮੈਂ ਆਖਰੀ ਸਵਾਲ 4-5 ਮਿੰਟ ਦੇ ਵਿੱਚ ਖਤਮ ਕਰੂੰਗਾ। ਮੈਂ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਜ਼ਰੂਰ ਕਰੂੰਗਾ। ਇਹਨਾਂ ਮੁੱਦਿਆਂ ਤੇ ਜਦੋਂ ਪੰਜਾਬ ਇਸ ਦੌਰ 'ਚ ਹੈ, ਤੁਸੀਂ ਦੇਖੋ ਲੈਂਡ ਆਰਡਰ ਦੇ ਉੱਤੇ ਸਵਾਲ ਆ ਰਹੇ ਨੇ। ਅੱਜ ਡੀਜੀਪੀ ਨਾਲ ਮੀਟਿੰਗ ਹੈ ਭਗਵੰਤ ਮਾਨ ਦੀ, ਚੰਗੀ ਗੱਲ ਹੈ, ਮੀਟਿੰਗਾਂ ਕਰਨ ਭਗਵੰਤ ਮਾਨ। ਲੈਂਡ ਆਰਡਰ ਤੇ ਸਵਾਲ ਆ ਰਹੇ ਨੇ, ਪੰਜਾਬ ਦੇ ਖੇਤਰੀ ਮੁੱਦਿਆਂ ਤੇ ਸਵਾਲ ਆ ਰਹੇ ਨੇ। ਹਰਸਿਮਰਤ ਕੌਰ ਬਾਦਲ ਨੇ ਵੀ ਪਾਰਲੀਮੈਂਟ ਦੇ ਵਿੱਚ ਮੁੱਦੇ ਚੱਕੇ ਨੇ, ਸਿੱਖ ਕੈਦੀਆਂ ਦੀ ਰਿਹਾਈ ਦੇ। ਹਾਲਾਂਕਿ ਹੁਣ ਉਹ ਬੀਜੇਪੀ ਦੇ ਨਾਲ ਨਹੀਂ ਹੈ ਤੇ ਉਹਨਾਂ ਨੇ ਜ਼ਿਆਦਾ ਤਵੱਜੋ ਦਿੱਤੀ ਇਸ ਪਾਸੇ। ਅਗਰ ਇਹਨਾਂ ਮੁੱਦਿਆਂ ਤੇ ਪਹਿਲਾਂ ਅਸਤੀਫਾ ਦੇ ਦਿੰਦੇ ਤੇ ਅੱਜ ਇਹ ਮੁੱਦੇ ਹੱਲ ਹੋਣ ਵਾਲੇ ਪਾਸੇ ਹੁੰਦੇ। ਪਰ ਨਵਜੋਤ ਸਿੰਘ ਸਿੱਧੂ ਵੀ ਇਹਨਾਂ ਮੁੱਦਿਆਂ ਤੇ ਖੜ ਗਿਆ ਪੰਜਾਬ ਦੇ ਵਿੱਚ ਆ ਕੇ, ਭਾਵੇਂ ਹਾਰ ਗਿਆ। ਨਵਜੋਤ ਸਿੰਘ ਸਿੱਧੂ ਵੀ ਇਹਨਾਂ ਮੁੱਦਿਆਂ ਤੇ ਆ ਕੇ ਖੜ ਗਿਆ। ਸੁਖਪਾਲ ਖਹਿਰਾ ਵੀ ਇਹਨਾਂ ਮੁੱਦਿਆਂ ਤੇ ਖੜਾ ਹੈ। ਮੈਂ ਪ੍ਰਤਾਪ ਬਾਜਵਾ, ਪ੍ਰਗਟ ਸਿੰਘ ਦੀ ਵੀ ਸੰਜੀਦਗੀ ਇਹਨਾਂ ਮੁੱਦਿਆਂ ਤੇ ਦੇਖਦਾ। ਪਰ ਜਿਹਨੂੰ ਕਹਿੰਦੇ ਨੇ ਕਿ ਲੋਕਾਂ 'ਚ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਉਭਾਰ ਨਵਜੋਤ ਸਿੰਘ ਸਿੱਧੂ ਲੈ ਗਿਆ, ਕਿਉਂਕਿ ਕੱਦ ਵੱਡਾ, ਕਈ ਵਾਰ ਦਾ ਐਮਪੀ ਹੈ। ਹੁਣ ਤੁਸੀਂ ਦੋ ਤਰ੍ਹਾਂ ਦੀ ਸਿਆਸਤ ਹੈ। ਕਾਂਗਰਸ ਦੇ ਲੋਕ ਇਹ ਦੇਖ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਬਹਾਲ ਕਰਨਾ ਚਾਹੁੰਦਾ ਹੈ ਤਾਂ ਸਰਗਰਮ ਹੈ, ਪਰ ਨਵਜੋਤ ਸਿੰਘ ਸਿੱਧੂ ਹੱਕ ਦੀ ਲੜਾਈ ਵੀ ਲੜ ਰਿਹਾ ਔਰ ਕਾਂਗਰਸ ਦੇ ਵਰਕਰਾਂ ਦੇ ਨਾਲ ਵੀ ਖੜ ਗਿਆ ਆ ਕੇ। ਕੋਈ ਹੋਰ ਲੀਡਰ ਮੈਂ ਜ਼ਿਆਦਾ ਦੇਖਿਆ ਨਹੀਂ ਸਿੱਧੂ ਔਰ ਸੁਖਪਾਲ ਖਹਿਰੇ ਤੋਂ ਇਲਾਵਾ ਕਿ ਦੁੱਖ ਦੀ ਘੜੀ 'ਚ ਵਰਕਰਾਂ ਦੇ ਘਰੇ ਹਰ ਵਕਤ ਵੱਡਾ ਲੀਡਰ। ਉਦਾਂ ਸਾਰੇ ਇੱਕ ਦੂਜੇ ਨੂੰ ਆਉਂਦੇ ਨੇ, ਲੇਕਿਨ ਐਡੀ ਸ਼ਿੱਦਤ ਨਾਲ ਕੋਈ ਲੜਾਈ ਲੜ ਰਿਹਾ ਹੋਵੇ। ਨਵਜੋਤ ਸਿੰਘ ਸਿੱਧੂ ਦੀ ਇਸ ਭੂਮਿਕਾ ਨੂੰ ਤੁਸੀਂ ਕਿਵੇਂ ਵੇਖਦੇ ਹੋ, ਜਿੱਥੇ ਉਹ ਐਮਐਲਏ ਵੀ ਨਹੀਂ ਹੈ ਪਰ ਉਹ ਇੱਕ ਵੱਡਾ ਪੋਲੀਟੀਕਲ ਕਿਰਦਾਰ ਹੈ ਔਰ ਵਿਰੋਧੀ ਧਿਰ 'ਚ ਉਹਦੀ ਆਵਾਜ਼ ਨੂੰ ਮੀਡੀਆ ਵੀ ਬੁਲੰਦੀ ਦਿੰਦਾ, ਭਾਵੇਂ ਖਾਸਾ ਮੀਡੀਆ ਇਹੋ ਜਿਹਾ ਜਿਹੜਾ ਵੱਖਰੀ ਤਰ੍ਹਾਂ ਦੇ ਐਨਾਲਿਸਿਸ ਕਰਦਾ। ਕਿਵੇਂ ਦੇਖਦੇ ਹੋ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਨੂੰ? ਕੁਝ ਲੋਕ ਕਹਿੰਦੇ ਕਾਂਗਰਸ ਪ੍ਰਧਾਨ ਨਵਾਂ ਬਣਾ ਦੂ, ਫਿਰ ਸਿੱਧੂ ਸਰਗਰਮ ਰਹੂਗਾ ਜਾਂ ਨਹੀਂ ਰਹੂਗਾ। ਰਵਨੀਤ ਬਿੱਟੂ ਜੀ ਪ੍ਰਚਾਰ ਵੀ ਕਰਕੇ ਆਏ ਸਿੱਧੂ ਦੇ ਹੱਕ 'ਚ, ਫਿਰ ਖਿਲਾਫ ਵੀ ਬਿਆਨ ਦਿੱਤੇ। ਹੁਣ ਮੋਦੀ ਸਾਹਿਬ ਨੂੰ ਐਡੀ ਸ਼ਿੱਦਤ ਨਾਲ ਮਿਲੇ ਜਦੋਂ ਹਾਲਾਤ ਇਹ ਬਣ ਰਹੇ ਨੇ ਕਿ ਚੰਡੀਗੜ੍ਹ ਸਾਡੇ ਹੱਕ ਹੋਰ ਚਲੇ ਗਏ ਨੇ, 4 ਦਿਨ ਠਹਿਰ ਕੇ ਮਿਲ ਲੈਂਦੇ। ਸੁਨੇਹੇ ਕੀ ਜਾ ਰਹੇ ਨੇ ਸਾਰੇ? ਦੇਖੋ, ਆਮ ਆਦਮੀ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਦਾ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਆਮ ਆਦਮੀ ਪਾਰਟੀ, ਤੁਸੀਂ ਯਾਦ ਕਰੋ, ਜਦੋਂ ਚਰਨਜੀਤ ਸਿੰਘ ਚੰਨੀ ਹੁਣੀ ਵੀ ਮੁੱਖ ਮੰਤਰੀ ਬਣਦੇ ਨੇ, ਉਸ ਵੇਲੇ ਤੱਕ ਜਾਂ ਉਸ ਤੋਂ ਬਾਅਦ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਕੋਈ ਜ਼ਿਕਰ ਨਹੀਂ ਸੀ ਜਾਂ ਕਿਸੇ ਤਰ੍ਹਾਂ ਦੀ ਲਹਿਰ ਸਾਨੂੰ ਵਿਖਾਈ ਨਹੀਂ ਸੀ ਦੇ ਰਹੀ। ਇਹ ਜ਼ਰੂਰ ਲੱਗਦਾ ਸੀ ਸਾਨੂੰ ਕਿ ਮਾਲਵੇ ਦੇ ਵਿੱਚ ਕੁਝ ਚੰਗਾ ਪ੍ਰਦਰਸ਼ਨ ਕਰ ਸਕਦੇ ਨੇ, ਪਰ ਪੂਰੇ ਪੰਜਾਬ ਦੇ ਵਿੱਚ ਇੰਨੀਆਂ ਸੀਟਾਂ ਲੈ ਜਾਣਗੇ, ਮੈਨੂੰ ਨਹੀਂ ਲੱਗਦਾ ਕਿਸੇ ਵੀ ਮਾਹਰ ਨੂੰ ਜਾਂ ਕਿਸੇ ਵਿਸ਼ਲੇਸ਼ਕ ਨੂੰ ਜਾਂ ਕਿਸੇ ਵੀ ਸੈਫੋਲੋਜਿਸਟ ਨੂੰ ਇਸ ਗੱਲ ਦਾ ਪਤਾ ਸੀ। ਪਰ ਉਹ ਕਿਉਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਇਹ ਮੈਂ ਤੁਹਾਨੂੰ ਦੱਸਦਾ। ਕਿਉਂਕਿ ਜਿਹੜੀ ਬਦਲਾਵ ਦੀ ਰਾਜਨੀਤੀ ਸੀ, ਜਿਸ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ, ਜਿਸ ਮਾਫੀਆ ਰਾਜ ਦੇ ਖਿਲਾਫ ਗੱਲ ਕੀਤੀ, ਜੇ ਕੋਈ ਖੜਾ ਹੋਇਆ ਤਾਂ ਨਵਜੋਤ ਸਿੰਘ ਸਿੱਧੂ ਸੀ। ਇਹ ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਉਹਨਾਂ ਦੀ ਆਪਣੀ ਪਾਰਟੀ ਨਹੀਂ, ਆਪਣੀ ਜਿਹੜੀ ਰਾਜਨੀਤੀ ਸੀ, ਚਾਹੇ ਕਈ ਕਾਰਨ ਸੀ ਉਹਦਾ ਕਿਸੇ ਦਿਨ ਵਿਸ਼ਲੇਸ਼ਣ ਹੋਰ ਕਰ ਲਾਂਗੇ, ਉਸ ਕਰਕੇ ਉਹਨਾਂ ਨੂੰ ਵੀ ਸਾਈਡ ਤੇ ਕਰ ਦਿੱਤਾ ਗਿਆ। ਚਰਨਜੀਤ ਸਿੰਘ ਚੰਨੀ ਵਾਲਾ ਐਕਸਪੈਰੀਮੈਂਟ ਜੋ ਰਾਹੁਲ ਗਾਂਧੀ ਕਰਨਾ ਚਾਹੁੰਦੇ ਸੀ, ਉਹ ਬਿਲਕੁਲ ਫੇਲ ਹੋ ਗਿਆ। ਦੇਖੋ, ਪੰਜਾਬ ਨੇ ਇੱਕ ਚੀਜ਼ ਤਾਂ ਬੜੀ ਚੰਗੀ ਤਰ੍ਹਾਂ ਦੱਸਤੀ ਕਿ ਸਾਨੂੰ ਇੱਥੇ ਕਿਸੇ ਖਾਸ ਭਾਈਚਾਰੇ ਦਾ, ਜਦੋਂ ਕਦੇ ਤੁਸੀਂ ਕਹਿੰਦੇ ਹੋ ਕਿ ਅਸੀਂ ਹਿੰਦੂ ਮੁੱਖ ਮੰਤਰੀ ਬਣਾ ਦਾਂਗੇ, ਅਸੀਂ ਦਲਿਤ ਮੁੱਖ ਮੰਤਰੀ ਬਣਾ ਦਾਂਗੇ, ਜਾਂ ਸਾਨੂੰ ਕਿਸੇ ਖਾਸ ਭਾਈਚਾਰੇ ਦਾ ਮੁੱਖ ਮੰਤਰੀ ਨਹੀਂ। ਮੁੱਖ ਮੰਤਰੀ ਜਿਹੜਾ ਹੁੰਦਾ ਹਰੇਕ ਭਾਈਚਾਰੇ ਦਾ ਹੁੰਦਾ। ਉਹਨਾਂ ਨੇ ਸਾਰੇ ਹੀ ਭਾਈਚਾਰਿਆਂ ਦੀ ਉਹਨਾਂ ਨੇ ਵੈਲਫੇਅਰ ਦਾ ਦੇਖਣਾ ਹੁੰਦਾ। ਨਵਜੋਤ ਸਿੰਘ ਸਿੱਧੂ ਨੇ ਇੱਕ ਤਾਂ ਇਹ ਚੀਜ਼ ਕੀਤੀ ਬਦਲਾਵ ਦੀ, ਜਿਹੜੀ ਬਾਅਦ ਦੇ ਵਿੱਚ ਜਦੋਂ ਕਾਂਗਰਸ ਦੇ ਵਿੱਚ ਫੁੱਟ ਪੈ ਗਈ ਜਾਂ ਕਾਂਗਰਸ ਦੇ ਵਿੱਚ ਮਤਭੇਦ ਪੈਦਾ ਹੋ ਗਏ, ਵਿਤਕਰੇ ਪੈਦਾ ਹੋ ਗਏ, ਉਹੀ ਚੀਜ਼ ਆਮ ਆਦਮੀ ਪਾਰਟੀ ਕੋਲੇ ਚਲੀ ਗਈ। ਪਹਿਲੀ ਗੱਲ। ਦੂਸਰੀ ਗੱਲ, ਜਦੋਂ ਨਵਜੋਤ ਸਿੰਘ ਸਿੱਧੂ, ਮੈਨੂੰ ਨਹੀਂ ਲੱਗਦਾ ਡੱਲਾ ਜੀ ਉਹਨਾਂ ਨੂੰ ਪ੍ਰਧਾਨਗੀ ਦੀ ਲੋੜ ਆ ਜਾਂ ਉਹਨਾਂ ਨੂੰ ਕਿਸੇ ਅਹੁਦੇ ਦੀ ਲੋੜ ਆ। ਉਹ ਮੈਨੂੰ ਲੱਗਦਾ ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ਖਸੀਅਤ ਆ, ਉਹ ਇਹਨਾਂ ਅਹੁਦਿਆਂ ਤੋਂ ਬਹੁਤ ਉੱਪਰ ਨੇ। ਸਾਨੂੰ ਪਤਾ ਕਿ ਜੇ ਕਿਸ ਤਰ੍ਹਾਂ ਦਾ ਪ੍ਰਧਾਨ, ਜੇ ਕੋਈ ਰਵਾਇਤੀ ਪ੍ਰਧਾਨ ਬਣੂਗਾ ਤਾਂ ਉਹਨੇ ਰਵਾਇਤੀ ਤੌਰ ਤੇ ਹੀ ਆਪਣੀ ਪ੍ਰਧਾਨਗੀ ਕਰਨੀ ਆ। ਇਹ ਜਿਹੜੇ ਅੱਜ ਕੱਲ ਉਹਨਾਂ ਨਾਲ ਲੋਕ ਜੁੜ ਰਹੇ ਨੇ, ਹੁਣ ਤੁਸੀਂ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੀ ਗੱਲ ਕੀਤੀ ਆ, ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੋ ਟਰੱਕ ਯੂਨੀਅਨ ਜੈਤੋਂ ਦੇ ਵਿੱਚ ਹੋਇਆ, ਅੱਜ ਕੱਲ ਅਬੋਹਰ ਦੇ ਵਿੱਚ ਹੋਇਆ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸ ਦੇ ਇਕਬਾਲ ਸਿੰਘ ਹੁਣੀ ਆ ਜਿਹੜੇ ਜ਼ੀਰਾ ਦੇ ਵਿੱਚ ਇਹਨਾਂ ਦੀ ਮੌਤ ਹੋਈ, ਮੰਗਤ ਰਾਮ ਦੀ ਲੁਧਿਆਣਾ ਦੇ ਵਿੱਚ ਹੋਈ, ਲੁਧਿਆਣਾ ਦੇ ਵਿੱਚ ਜਾ ਕੇ ਵੀ ਨਵਜੋਤ ਸਿੰਘ ਸਿੱਧੂ ਬੈਠੇ ਆ। ਸੋ ਜਿਸ ਤਰ੍ਹਾਂ ਦੀ ਉਹ ਰਾਜਨੀਤੀ ਕਰ ਰਹੇ ਨੇ, ਮੈਨੂੰ ਲੱਗਦਾ ਚਾਹੇ ਕਾਂਗਰਸ ਕਿਸੇ ਨੂੰ ਵੀ ਪ੍ਰਧਾਨ ਬਣਾ ਦੇ ਜਾਂ ਕਿਸੇ ਨੂੰ ਵੀ ਐਲਓਪੀ ਬਣਾ ਦੇ, ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦਾ ਡਰ ਨਵਜੋਤ ਸਿੰਘ ਸਿੱਧੂ ਤੋਂ ਬਲਕਿ ਵੱਧ ਗਿਆ। ਜਿਹੜੇ ਉਹਨਾਂ ਦੇ ਵਿਰੋਧ ਦੇ ਵਿੱਚ ਖੜਦੇ ਸੀ ਜਾਂ ਜਿਨ੍ਹਾਂ ਨੂੰ ਅਸੀਂ ਕਿਸੇ ਨਾਲ ਹੁਣ ਮਾਝਾ ਬ੍ਰਿਗੇਡ ਵੀ ਕਹਿੰਦੇ ਆ,
ਇਹਨਾਂ ਦਾ ਵੀ ਮੈਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਿਹਾ ਬਿਲਕੁਲ ਚੁੱਪੀ ਧਾਰੀ ਬੈਠੇ ਆ। ਜਿਸ ਤਰ੍ਹਾਂ ਉਹਨਾਂ ਦੇ ਨਾਲ ਸਾਬਕਾ ਕਈ ਤਰ੍ਹਾਂ ਦੇ ਜਿਹੜੇ ਆਗੂ ਨੇ, ਚਾਹੇ ਉਹ ਵਿਧਾਇਕ ਰਹੇ ਹੋਣ, ਚਾਹੇ ਉਹ ਪ੍ਰਧਾਨ ਰਹੇ ਹੋਣ, ਤੇ ਜਿਹੜੇ ਮੌਜੂਦਾ ਵਿਧਾਇਕ ਵੀ ਉਹਨਾਂ ਨਾਲ ਜੁੜ ਰਹੇ ਆ। ਸੋ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਦੀ ਬੜੀ ਅਹਿਮ ਭੂਮਿਕਾ ਜਿਹੜੀ ਆ ਉਹ ਰਹਿਣ ਵਾਲੀ ਆ। ਤੇ ਆਮ ਆਦਮੀ ਪਾਰਟੀ ਨੂੰ ਇਸ ਦੌਰ ਦੇ ਵਿੱਚ ਜਿਨ੍ਹਾਂ ਨੇ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜੇ ਕਿਸੇ ਤੋਂ ਕੋਈ ਚੁਣੌਤੀ ਹੈ ਤਾਂ ਉਹ ਸਿਰਫ ਨਵਜੋਤ ਸਿੰਘ ਸਿੱਧੂ ਆ। ਤੇ ਇਸ ਗੱਲ ਦਾ ਜਿਹੜਾ ਪਤਾ ਉਹ ਕਾਂਗਰਸ ਨੂੰ ਵੀ ਅੰਦਰ ਖਾਤੇ। ਇਸੇ ਕਰਕੇ ਮੈਨੂੰ ਲੱਗਦਾ ਕਿਤੇ ਕਿਤੇ ਇਹ ਵੀ ਲੱਗਦਾ ਕਿ ਜਾਣਬੁੱਝ ਕੇ ਪ੍ਰਧਾਨ ਨਹੀਂ ਬਣਾ ਰਹੇ, ਉਹਨੂੰ ਲੱਗਦਾ ਕਿ ਹੋਰ ਲੋਕ ਇਹਨਾਂ ਨਾਲ ਮਿਲ ਜਾਣ ਤੇ ਫਾਈਨਲੀ ਸਾਨੂੰ ਵੀ ਮੌਕਾ ਮਿਲ ਜੇ ਕਿ ਚਲੋ ਪ੍ਰਧਾਨ ਤਾਂ ਇਹੀ ਹੈ। ਕਿਉਂਕਿ ਬਹੁਤ ਸਾਰੇ ਜਿਹੜੇ ਕਾਂਗਰਸ ਵਰਕਰਸ ਦੇ ਲੀਡਰਸ ਨੇ ਇਹ ਗੱਲ ਕਹਿਤੀ ਆ। ਜੀ ਡੱਲਾ ਜੀ। ਬਿਲਕੁਲ ਠੀਕ ਹੈ, ਤੁਹਾਡਾ ਵਿਊ ਪੁਆਇੰਟ ਹੈ। ਸੋ ਸਾਰੇ ਪੰਜਾਬੀ ਨੇ ਜਿਹੜੇ ਨਿਸ਼ਚਿਤ ਤੌਰ ਦੇ ਉੱਤੇ ਬਹੁਤ ਸਾਰੇ ਮੁੱਦੇ ਨੇ, ਸਾਰਿਆਂ ਦਾ ਆਪਣਾ ਆਪਣਾ ਵਿਊ ਪੁਆਇੰਟ ਹੈ, ਕਿਉਂਕਿ ਸਭ ਨੂੰ ਸਾਡੀ ਡੈਮੋਕ੍ਰੇਸੀ ਹੱਕ ਦਿੰਦੀ ਹੈ ਕਿ ਅਸੀਂ ਕਿਸੇ ਦੇ ਕਰਮਾਂ ਤੋਂ ਉਹਦੇ ਬਾਰੇ ਮਤ ਬਣਾਈਏ। ਪਰ ਗੱਲ ਇਹ ਹੈ ਕਿ ਨਿਸ਼ਚਿਤ ਤੌਰ ਦੇ ਉੱਤੇ ਪੰਜਾਬ ਦੇ ਮੁੱਦਿਆਂ ਤੇ ਲੜਾਈ ਨਵਜੋਤ ਸਿੰਘ ਸਿੱਧੂ ਨੇ ਲੜੀ ਹੈ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਸਿਰਫ ਨਵਜੋਤ ਸਿੰਘ ਸਿੱਧੂ ਨੇ ਨਹੀਂ, ਬਹੁਤ ਸਮੇਂ ਤੇ ਸਾਡੇ ਲੀਡਰ ਆਏ ਨੇ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਦੀ ਸਿਆਸਤ ਕੀਤੀ ਹੈ। ਕਈ ਕਾਮਯਾਬ ਹੋਏ, ਕਈ ਕਾਮਯਾਬ ਨਹੀਂ ਹੋਏ। ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕ ਪੰਜਾਬ ਦੇ ਹੱਕ ਲਈ, ਪੰਜਾਬ ਦੇ ਮੁੱਦਿਆਂ ਲਈ ਲੜਦੇ ਨੇ, ਉਹਨਾਂ ਲਈ ਕੁਰਸੀ ਪਹਿਲ ਨਹੀਂ ਹੁੰਦੀ। ਪਰ ਹਾਂ, ਅਜਿਹੇ ਲੋਕਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੇ, ਇਹ ਅਸੀਂ ਆਮ ਲੋਕ ਜ਼ਰੂਰ ਚਾਹੁੰਦੇ ਹਾਂ। ਕਿਉਂਕਿ ਅਗਰ ਸਕੂਲ ਦਾ ਪ੍ਰਿੰਸੀਪਲ ਚੰਗਾ ਆ ਜੇ ਤੇ ਵਿਦਿਆਰਥੀ ਪੜ੍ਹ ਲਿਖ ਜਾਂਦੇ ਨੇ। ਜੇ ਸਕੂਲ ਦੇ ਵਿੱਚ ਸਪੋਰਟਸ ਦਾ ਅਧਿਆਪਕ ਵਧੀਆ ਆ ਜੇ ਤੇ ਵਿਦਿਆਰਥੀ ਖੇਡਣ ਵਾਲੇ ਖੇਡ ਵੀ ਜਾਂਦੇ ਨੇ। ਸੋ ਇਸ ਕਰਕੇ ਨਿਰਭਰ ਇਹ ਕਰਦਾ ਹੈ ਕਿ ਜਦੋਂ ਕਿਸੇ ਕਾਬਲ ਵਿਅਕਤੀ ਕੋਲੇ ਕਮਾਂਡ ਆਉਂਦੀ ਹੈ ਤੇ ਉਹਦੇ ਨਾਲ ਭਲਾ ਹੁੰਦਾ ਜ਼ਰੂਰ ਹੈ। ਤੇ ਹੁਣ ਉਸੇ ਤਰ੍ਹਾਂ ਦੀ ਕਮਾਂਡ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਕੋਲੇ ਹੈ। ਦੋਵੇਂ ਬੜੇ ਕਾਬਲ ਨੇ। ਭਗਵੰਤ ਮਾਨ ਨੇ ਵੀ ਪਾਰਲੀਮੈਂਟ ਦੇ ਵਿੱਚ 7 ਸਾਲ ਗੁਜ਼ਾਰੇ ਨੇ ਔਰ ਚੰਗੇ ਗੁਜ਼ਾਰੇ ਨੇ। ਪਾਰਲੀਮੈਂਟ 'ਚ ਭਗਵੰਤ ਮਾਨ ਦੀ ਕਾਰਗੁਜ਼ਾਰੀ 100% ਪੰਜਾਬ ਦੇ ਹੱਕ 'ਚ ਹੈ। ਪਰ ਜਦੋਂ ਗੱਲ ਖੇਤਰੀ ਮੁੱਦਿਆਂ ਦੀ ਆ ਜਾਂਦੀ ਹੈ, ਕੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਹੱਕਾਂ ਲਈ ਅੜ ਕੇ ਫੈਸਲੇ ਕਰ ਜੂਗਾ? ਗੱਲ ਇੱਥੇ ਖਤਮ ਹੁੰਦੀ ਹੈ। ਹੁਣ ਉਹੀ ਗੱਲ SYL ਦੀ ਵੀ ਹੈ, ਚੰਡੀਗੜ੍ਹ ਦੇ ਮਸਲੇ ਦੀ ਵੀ ਹੈ। ਅਗਰ ਅੱਜ ਹਰਿਆਣਾ ਇਹ ਮਤੇ ਪਾਸ ਕਰਦਾ ਫਿਰ ਇਹ ਜਾਣਨਾ ਬੜਾ ਜ਼ਰੂਰੀ ਹੋ ਜਾਊਗਾ ਸਾਡੇ ਲਈ ਕਿ ਅਰਵਿੰਦ ਕੇਜਰੀਵਾਲ ਦਾ ਰੁਖ ਕੀ ਹੈ। ਕਿਉਂਕਿ ਉਸ ਪਾਰਟੀ ਨੂੰ ਪੰਜਾਬੀਆਂ ਨੇ ਪੰਜਾਬ ਦਿੱਤਾ ਚੁਣ ਕੇ। ਫਿਰ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਕੀ ਸਾਂਝੇ ਤੌਰ ਤੇ ਕੋਈ ਪ੍ਰੈਸ ਕਾਨਫਰੰਸ ਕਰਕੇ ਦੇਖੋ। ਭਗਵੰਤ ਮਾਨ ਨੇ ਰਾਸ਼ਨ ਦੀ ਸਕੀਮ ਲਾਂਚ ਕੀਤੀ, केजरीवाल साहब ने नाल ही प्रेस कॉन्फ्रेंस सद ली कि बहुत अच्छा किया भगवंत मान जी ने, दिल्ली में भी हमने ये स्कीम लागू की थी। कच्चे मुलाजम पक्के करने की गल आई, केजरीवाल साहब ने नाल ही बयान देता। पंजाब च विधायक छापे छुपे मारन चले गए, कई थां नवे नवे जो गए चैकिंग करन चले गए, आप छापा कह दें। केजरीवाल साहब ने क्लास ले ली कि सब ने मर्यादा में रहना है। पर चंडीगढ़ के मसले ते 1 अप्रैल तो बाद अरविंद केजरीवाल जी ने कोई प्रेस कॉन्फ्रेंस नहीं की कि चंडीगढ़ पंजाब को मिलना चाहिए। हुण अज SYL ते भी मता आना है हरियाणे का, चंडीगढ़ ते भी आना है, हिंदी भाषा ते भी आना है। अज भगवंत मान जी बयान देणगे कि भगवंत मान जी दे बयान दे नाल केजरीवाल साहब दा बयान आऊगा? हर रोज टेस्ट है, क्योंकि पंजाब साडे गुरुआं पीरां पैगंबरां ने कुर्बानियां दे के पंजाब नूं सांभिया ते बनाया। सो साडी सारियां दी जिम्मेदारी है कि असीं पंजाब दे हक्कां ते खड़ीए। गल ये नहीं कि किसी नाल राजनीतिक विरोध है। अगर अज अरविंद केजरीवाल कहण कि चंडीगढ़ पंजाब नूं मिलना चाहिए तो पंजाबी केजरीवाल नूं फिर सल्यूट करनगे। बहुत बहुत धन्नवाद मनप्रीत रंधावा जी, तुसीं बड़ा कीमती वक्त कढ़िया, क्योंकि गल ये सिर्फ मुद्दियां दी गल नहीं, ये पंजाब दे संघर्ष की गल है जिहदे विच तुसीं अपना लगातार योगदान पाउंदे हो। बहुत बहुत धन्नवाद मनप्रीत जी। बहुत बहुत धन्नवाद तुहाडा भी डल्ला जी।